ਦੁਨੀਆ ਭਰ ਵਿੱਚ ਲੋਟਸ ਟੀਵੀ ਦੇਖਦੇ ਮੇਰੇ ਸੂਝਵਾਨ ਦਰਸ਼ਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦਾ ਮੀਡੀਆ ਵਿੰਗ ਹੈ ਤੇ ਜਿਸ ਨੂੰ ਆਪ ਸਕਾਈ ਚੈਨਲ 772 ਤੇ ਦੇਖ ਰਹੇ ਹੋ। ਇਹ ਪ੍ਰੋਗਰਾਮ ਹਰ ਸੰਡੇ ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ ਤੇ ਇਹੀ ਪ੍ਰੋਗਰਾਮ ਬੁੱਧਵਾਰ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ ਤੇ ਇਸ ਆਪਣੇ ਇਸ ਨੂੰ ਆਪ ਸਾਰੀ ਦੁਨੀਆ ਵਿੱਚ ਵੀ ਦੇਖ ਸਕਦੇ ਹੋ। ਜਸਟ ਲੌਗ ਔਨ kanchitv.co.uk। ਜੇਕਰ ਆਪ YouTube ਦੇ ਉੱਤੇ ਵੀ ਇੱਕ ਚੈਨਲ ਹੈ ਉਸ 'ਤੇ ਵੀ ਦੇਖ ਸਕਦੇ ਹੋ। ਜਸਟ ਲੌਗ ਔਨ ਐਂਡ ਸਰਚ ਫॉर ਧੰਨ ਭੀਮਾ ਧੰਨ, ਧੰਨ ਭੀਮਾ ਧੰਨ ਨੂੰ ਲੌਗ ਔਨ ਕਰਕੇ ਆਪ ਸਭ ਨੇ ਆਪਣੇ ਦੋਸਤਾਂ, ਆਪਣੇ ਮਿੱਤਰਾਂ ਨੂੰ ਇਹ ਪ੍ਰੋਗਰਾਮ ਦੇਖਣ ਦੇ ਲਈ ਅਤੇ ਸਾਥ ਤੇ ਸਹਿਯੋਗ ਦੇਣ ਦੇ ਲਈ ਜ਼ਰੂਰ ਭਰੇ ਰਹੋ। ਜੇਕਰ ਆਪ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਕਰਨੀ ਚਾਹੁੰਦੇ ਹੋ ਤਾਂ ਪਲੀਜ਼ ਕਰਕੇ ਸਾਡੀ ਟੀਵੀ ਤੇ ਸਕਰੀਨ ਤੇ ਚੱਲ ਰਹੀ ਇਨਫੋਰਮੇਸ਼ਨ ਨੂੰ ਫੋਲੋ ਕਰੋ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ, ਵੀ ਨੀਡ ਯਰ ਹੈਲਪ ਐਂਡ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਡਿਸਪੋਇੰਟ ਨਹੀਂ ਕਰੋਗੇ। ਸੋ ਥੈਂਕ ਯੂ ਵੈਰੀ ਮੱਚ। ਇਹਦੇ ਨਾਲ ਹੀ ਲੋਟਸ ਟੀਵੀ ਦਾ ਇੱਕ ਸਪੈਸ਼ਲ ਅਨਾਉਂਸਮੈਂਟ ਹੈ। ਲੋਟਸ ਟੀਵੀ ਆਏ ਮਹਿਮਾਨਾਂ ਦਾ ਅਸੀਂ ਤਹਿ ਦਿਲੋਂ ਸਤਿਕਾਰ ਅਤੇ ਸਵਾਗਤ ਵੀ ਕਰਦੇ ਹਾਂ ਤੇ ਆਏ ਮਹਿਮਾਨਾਂ ਦੇ ਆਪਣੇ ਵਿਚਾਰ ਹਨ। ਲੋਟਸ ਟੀਵੀ ਦਾ ਉਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈ। ਸੋ ਆਪ ਜੀ ਧੰਨਵਾਦ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਅੱਜ ਦੀ ਕੁਝ ਇਨਫੋਰਮੇਸ਼ਨਸ ਹਨ ਜੋ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਹਨ ਜੋ ਆਪਣੇ ਸੋ ਬੁੱਧ ਧਰਮ ਵਿੱਚ ਹਰ ਫੁੱਲ ਮੂਨ ਡੇ ਦੀ ਆਪਣੀ ਇੱਕ ਮਹੱਤਤਾ ਹੈ। ਅਗਲਾ ਫੁੱਲ ਮੂਨ ਡੇ ਜੋ 31 ਅਗਸਤ ਨੂੰ ਤੇ ਦਿਨ ਥਰਸਡੇ ਦਾ ਹੈ ਜੋ ਕਿ ਵੁਲਵਰਹੈਂਪਟਨ ਬੁੱਧ ਵਿਹਾਰ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ, ਜੋ ਸ਼ਾਮ ਨੂੰ 7 ਵਜੇ ਮਨਾਵਾਂਗੇ। ਆਪ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਸ ਫੁੱਲ ਮੂਨ ਡੇ ਤੇ ਉੱਤੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਮਿਸਟਰ ਨਰਿੰਦਰ ਐਂਡ ਉਹਨਾਂ ਦੀ ਫੈਮਿਲੀ ਦੇ ਵੱਲੋਂ ਖਾਣੇ ਦਾ ਬੰਦੋਬਸਤ ਕੀਤਾ ਗਿਆ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਸੀਂ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋ ਜੋ ਅਗਲੀ ਇਨਫੋਰਮੇਸ਼ਨ ਹੈ ਬਹੁਤ ਹੀ ਖੁਸ਼ੀ ਭਰੀ ਹੈ ਤੇ ਅਸੀਂ ਆਪ ਦੇ ਲੋਟਸ ਟੀਵੀ ਦੇ ਮਾਣਯੋਗ ਮਹਿਮਾਨ ਜੋ ਕਿ ਸਾਡੇ ਨਾਲ ਅੱਜ ਜੁੜੇ ਹਨ ਉਹਨਾਂ ਨੂੰ ਵੀ ਅਸੀਂ ਇਸ ਖੁਸ਼ੀ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ। ਤੋ ਅਸੀਂ ਚਾਹਾਂਗੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਿਸ਼ਨਦਾਸ ਬੈਂਸ ਜੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨੇ। ਬੈਂਸ ਸਾਹਿਬ ਤੁਹਾਡਾ ਲੋਟਸ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੇ ਥੈਂਕ ਯੂ ਤੁਹਾਡਾ, ਤੁਸੀਂ ਅੱਜ ਦਾ ਮੇਰਾ ਸਾਥ ਪ੍ਰੋਗਰਾਮ ਕੀਤਾ। ਨਮੋ ਬੁੱਧਾ, ਜੈ ਭੀਮ। ਕਾਂਚੀ ਟੀਵੀ ਦੇ ਸਾਰੇ ਲੋਟਸ ਟੀਵੀ ਇੱਕੋ ਹੀ ਗੱਲ ਹੈ। ਸਾਰੇ ਹੀ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ, ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਅੱਜ ਤੁਹਾਡੇ ਸਾਹਮਣੇ ਖਾਸ ਮਹਿਮਾਨ ਦੇ ਤੌਰ ਤੇ ਅੱਜ ਹਾਜ਼ਰ ਹੋਇਆ ਹਾਂ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿਹੜੀ ਮੇਰੇ ਤੋਂ ਬੱਦਲ ਸਾਹਿਬ ਨੇ ਉਮੀਦ ਰੱਖੀ ਅੱਜ ਦੇ ਪ੍ਰੋਗਰਾਮ ਤੇ, ਮੈਂ ਉਹਦੇ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਥੈਂਕ ਯੂ ਬੱਦਲ ਸਾਹਿਬ। ਥੈਂਕ ਯੂ ਬੈਂਸ ਸਾਹਿਬ, ਥੈਂਕ ਯੂ ਵੈਰੀ ਮੱਚ। ਸੋ ਖੁਸ਼ੀ ਭਰੀ ਜਿਹੜੀ ਖਬਰ ਸੀ, ਖੁਸ਼ੀ ਭਰੀ ਜਿਹੜਾ ਅਨਾਉਂਸਮੈਂਟ ਸੀ ਜਿਹਦੀ ਮੈਂ ਬੜਾ ਐਕਸਾਈਟਿਡ ਹੋ ਕੇ ਆਪ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਸੀਗਾ, ਉਹ ਹੈ ਕੱਲ੍ਹ 5 ਅਗਸਤ ਦਾ ਦਿਨ ਸੀ। ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੇ ਵਿਹੜੇ ਵਿੱਚ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸੀ ਕਿਉਂਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਸੂਝਵਾਨ ਅਤੇ ਸਤਿਕਾਰਯੋਗ ਮੈਂਬਰ ਕੁਸ਼ਵਿੰਦਰ ਗੈਂਡਾ ਜੀ ਅਤੇ ਸਤਿਕਾਰਯੋਗ ਭੈਣ ਜੀ ਬਲਵੀਰ ਰਾਣੀ ਗੈਂਡਾ ਜੀ ਦੀ ਲਾਡਲੀ ਬੇਟੀ ਸੁਨੇਤਰਾ ਗੈਂਡਾ ਦਾ ਸ਼ੁਭ ਵਿਵਾਹ ਸਤਿਕਾਰਯੋਗ ਅਤੇ ਮਾਨਯੋਗ ਰੂਪਲਾਲ ਮੱਲ ਅਤੇ ਉਹਨਾਂ ਦੇ ਮਿਸਿਸ ਬਲਵੀਰੋ ਮੱਲ ਦੇ ਲਾਡਲੇ ਅਤੇ ਸੂਝਵਾਨ ਸਪੁੱਤਰ ਰੋਹਿਤ ਮੱਲ ਦੇ ਨਾਲ ਹੀ ਬਹੁਤ ਹੀ ਧੂਮਧਾਮ ਦੇ ਨਾਲ ਵੁਲਵਰਹੈਂਪਟਨ ਬੁੱਧ ਵਿਹਾਰ ਵਿਖੇ ਵਿਆਹ ਸੰਪੰਨ ਹੋਇਆ ਅਤੇ ਵਿਆਹ ਤੋਂ ਬਾਅਦ ਫਿਰ IBC ਜਿਹੜੀ ਕਨਵੈਨਸ਼ਨ ਸੈਂਟਰ ਹੈ ਉੱਥੇ ਜਾ ਕੇ ਸਾਰਾ ਪ੍ਰੋਗਰਾਮ ਸੀਗਾ
ਵਿਆਹ ਹਰ ਤਰ੍ਹਾਂ ਦੇ ਨਾਲ ਬਹੁਤ ਹੀ ਇੱਕ ਯਾਦਗਾਰੀ ਖੁਸ਼ੀਆਂ ਦਾ ਮਾਹੌਲ ਸੀ, ਜਿਸ ਦਾ ਹਰ ਮਹਿਮਾਨ ਨੇ ਰੱਜ ਕੇ ਆਨੰਦ ਮਾਣਿਆ। ਸੋ ਇਸੇ ਖੁਸ਼ੀ ਦੇ ਵਿੱਚ ਮਹਿਮਾਨ ਨਵਾਜੀ ਦਾ ਤਾਂ ਇੱਕ ਮਿਸਾਲ ਸੀ। ਇੱਕ ਖੁਸ਼ੀ ਦੇ ਵਿੱਚ ਮੱਲ ਪਰਿਵਾਰ ਨੇ ਬੁੱਧ ਵਿਹਾਰ ਨੂੰ 500 ਪਾਉਂਡ ਦਾਨ ਕੀਤਾ ਅਤੇ ਗਹਿੰਦਾ ਪਰਿਵਾਰ ਨੇ 300 ਪਾਉਂਡ ਦਾਨ ਕੀਤਾ। ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ। ਅਸੀਂ ਜਿੱਦੇ ਖਾਸ ਪ੍ਰੋਗਰਾਮ ਦੇ ਲਈ ਲੋਟਸ ਟੀਵੀ ਦਾ ਵੀ ਲੋਟਸ ਟੀਵੀ ਦੇ ਪਰਿਵਾਰ ਨੇ ਹੀ ਸਪਾਂਸਰ ਕੀਤਾ ਹੈ। ਕੁਸ਼ਮਿੰਦਰ ਗਿੰਡਾ ਜੀ ਦੇ ਪਰਿਵਾਰ ਨੇ ਅੱਜ ਦਾ ਜੋ ਲੋਟਸ ਟੀਵੀ ਦਾ ਪ੍ਰੋਗਰਾਮ ਹੈ ਉਹ ਵੀ ਉਹਨਾਂ ਨੇ ਹੀ ਸਪਾਂਸਰ ਕੀਤਾ ਹੈ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਜਿਸ ਤਰ੍ਹਾਂ ਮੈਂ ਵੀ ਕਰੈਕਸ਼ਨ ਕਰ ਦੇਵਾਂ ਕਿ 500 ਪਾਉਂਡ ਜੋ ਹੈ ਉਹ ਰੂਪ ਲਾਲ ਮੱਲ ਜੀ ਦੇ ਪਰਿਵਾਰ ਵੱਲੋਂ ਹੈ ਅਤੇ 300 ਪਾਉਂਡ ਕੁਸ਼ਮਿੰਦਰ ਗਿੰਡਾ ਜੀ ਦੇ ਪਰਿਵਾਰ ਵੱਲੋਂ ਹੈ, ਉਹ ਬੁੱਧ ਵਿਹਾਰ ਨੂੰ ਦਾਨ ਹੈ। ਅਤੇ ਅੱਜ ਦਾ ਜੋ ਲੋਟਸ ਟੀਵੀ ਦਾ ਪ੍ਰੋਗਰਾਮ ਹੈ ਇਹ ਵੀ ਸਾਡੇ ਬੜੇ ਹੀ ਸਤਿਕਾਰਯੋਗ ਕੁਸ਼ਮਿੰਦਰ ਗਿੰਡਾ ਜੀ ਦੇ ਵੱਲੋਂ ਸਪਾਂਸਰ ਕੀਤਾ ਗਿਆ ਹੈ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਬਹੁਤ ਬਹੁਤ ਸ਼ੁਕਰੀਆ ਅਦਾ। ਅਤੇ ਮੈਂ ਆਪਣੇ ਵੱਲੋਂ, ਮੇਰੇ ਪਰਿਵਾਰ ਵੱਲੋਂ, ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਅਤੇ ਲੋਟਸ ਟੀਵੀ ਵੱਲੋਂ ਸੁਭਾਗੀ ਜੋੜੀ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਪੇਸ਼ ਕਰਦੇ ਹਾਂ। ਅਸੀਂ ਸਾਰੇ ਬੁੱਧ ਧੰਮ ਸੰਘ ਦੀ ਇਨਕੰਪਾ ਨਾਲ ਇਹੀ ਕਾਮਨਾ ਕਰਦੇ ਹਾਂ ਕਿ ਸੁਭਾਗੀ ਜੋੜੀ ਨੂੰ ਹਰ ਖੁਸ਼ੀ ਅਤੇ ਕਾਮਯਾਬੀ ਮਿਲੇ, ਨਿਰੋਗੀ ਸਿਹਤ ਅਤੇ ਲੰਬੀ ਜ਼ਿੰਦਗੀ ਦਾ ਆਨੰਦ ਮਾਣੇ। ਸਾਧੂ ਸਾਧੂ ਸਾਧੂ। ਸੋ ਅਸੀਂ ਚੱਲਦੇ ਹਾਂ ਅੱਜ ਦੇ ਮਹਿਮਾਨ ਵੱਲ। ਬੈਂਸ ਸਾਹਿਬ, ਜਿਸ ਤਰ੍ਹਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਸਭ ਨੇ ਬੜਾ ਵੱਡਾ ਯੋਗਦਾਨ ਪਾਇਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਆ, ਅਤੇ ਇੱਥੋਂ ਤੱਕ ਦੇਖਿਆ ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬਸ ਨੇ ਵੀ ਬਹੁਤ ਬੜਾ ਯੋਗਦਾਨ ਪਾਇਆ। ਜਿਸ ਤਰ੍ਹਾਂ 1857 ਦੇ ਵਿੱਚ ਜੋ ਇਹ ਯੁੱਧ ਸ਼ੁਰੂ ਹੋ ਗਿਆ ਸੀਗਾ, ਅਤੇ ਮੈਂ ਸਿਰਫ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਜੋ SC ST ਦੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਕੀ ਮਾਣ ਮਿਲਿਆ, ਪੂਰਾ ਮਾਣ ਸਤਿਕਾਰ ਮਿਲਿਆ ਜਾਂ ਕਿੱਦਾਂ ਹੈ ਨਾ, ਉਹਦੇ ਨਾਲ ਤੁਸੀਂ ਸਾਡੇ ਨਾਲ ਸਾਂਝਾ ਕਰੋ। ਪਹਿਲੀ ਗੱਲ ਤਾਂ ਇਹ ਆ। ਬੱਦਲ ਜੀ, ਇਹ ਇੱਕ ਬਹੁਤ ਹੀ ਗੁੰਝਲਦਾਰ ਔਰ ਡੂੰਘਾਈ ਤੱਕ ਖੋਜ ਕਰਨ ਦੀ ਜ਼ਰੂਰਤ ਹੈ। ਪਰ ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਹੈ ਕਿ ਬਹੁਤ ਸਾਰੇ ਆਜ਼ਾਦੀ ਦੇ ਘੁਲਾਟੀਏ ਜਾਂ ਸ਼ਹੀਦ ਹੋਏ, ਔਰ ਇੱਥੋਂ ਤੱਕ ਕਿ 1942 ਦੇ ਵਿੱਚ ਚਮਾਰ ਰੈਜੀਮੈਂਟ ਜੀ ਅੰਗਰੇਜ਼ਾਂ ਨੇ ਖੜੀ ਕੀਤੀ, ਕਿਉਂਕਿ ਪਾਰਲੀਮੈਂਟ ਨੇ ਪਾਸ ਕੀਤਾ ਕਿ ਇਸ ਵੇਲੇ ਜੰਗ ਦੇ ਵਿੱਚ ਜੋ ਲੜ ਰਹੇ ਹਨ ਸੈਕੰਡ ਵਰਲਡ ਵਾਰ ਦੇ ਵਿੱਚ, ਇੰਡੀਆ ਦੀ ਫੌਜ ਥੋੜ੍ਹੀ ਹੈ, ਇਹਨੂੰ ਵਧਾ ਕੇ 4 ਲੱਖ ਕੀਤੀ ਜਾਵੇ ਜੀ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਚਮਾਰ ਰੈਜੀਮੈਂਟ ਖੜੀ ਕੀਤੀ ਜਾਵੇ। ਔਰ ਚਮਾਰ ਰੈਜੀਮੈਂਟ ਉਹਦਾ ਲੰਮਾ ਇਤਿਹਾਸ ਵਾ, ਪਰ ਸ਼ਾਰਟਕੱਟ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਸੁਭਾਸ਼ ਚੰਦਰ ਬੋਸ ਦੀ ਆਰਮੀ ਜਿਹੜੀ ਕਿ ਨੈਸ਼ਨਲ ਆਰਮੀ ਸੀਗੀ ਹੈ ਜੀ, ਉਹ ਸਿੰਗਾਪੁਰ ਤੋਂ ਆ ਕੇ ਉਹਨਾਂ ਨੇ ਇੰਡੀਆ ਦੇ ਬਾਰਡਰ ਦੇ ਉੱਤੇ, ਬਰਮਾ ਦੇ ਬਾਰਡਰ ਦੇ ਉੱਤੇ ਆ ਕੇ ਉਹਨਾਂ ਨੇ ਹਮਲਾ ਕੀਤਾ, ਕਿਉਂਕਿ ਸੁਭਾਸ਼ ਚੰਦਰ ਬੋਸ ਨੇ ਆਪਣੀ ਆਰਮੀ ਖੜੀ ਕਰ ਲਈ ਸੀ 57,000 ਫੌਜੀ ਉਹਦੇ ਵਿੱਚ ਜੀ ਹਾਂਜੀ। ਔਰ ਹਮਲਾ ਕੀਤਾ ਔਰ ਬਰਮਾ ਥਾਣੀ, ਰੰਗੂਨ ਥਾਣੀ ਉਹ ਅੱਗੇ ਵਧੇ, ਜਿਹੜਾ ਕਿ ਉਦੋਂ ਅੱਗੇ ਹੈਗਾ ਬੰਗਲਾਦੇਸ਼ ਜੀ। ਤਾਂ ਮੋਰਿਓ ਇੰਡੀਅਨ ਆਰਮੀ ਸੀ, ਅਤੇ ਉਹ ਮੋਰਿਓ ਜਿਹੜੀ ਸੀਗੀ ਇੰਡੀਅਨ ਆਰਮੀ, ਉਹਨਾਂ ਨੇ ਤਾਂ ਲੜਨਾ ਹੀ ਸੀਗਾ। ਸੁਭਾਸ਼ ਚੰਦਰ ਬੋਸ ਦੀ ਜਿਹੜੀ ਨੈਸ਼ਨਲ ਆਰਮੀ ਸੀ, ਉਹਨਾਂ ਨੇ ਕਿਹਾ ਪਾਗਲੋ, ਅਸੀਂ ਤੁਹਾਡੇ ਲਈ ਬਾਹਰੋਂ ਟ੍ਰੇਨਡ ਹੋ ਕੇ ਆਏ ਹਾਂ, ਤੁਸੀਂ ਸਾਡੇ ਨਾਲ ਲੜਦੇ ਆ। ਤਾਂ ਉਹ ਸਾਰੇ ਇਕੱਠੇ ਹੋ ਗਏ ਜੀ। ਉਹਨਾਂ ਨੇ ਮੰਨ ਲਓ ਜਿਹੜੀ ਹੈਗੀ ਆ ਚਮਾਰ ਰੈਜੀਮੈਂਟ ਵੀ ਉਹ ਇੰਡੀਅਨ ਨੈਸ਼ਨਲ ਆਰਮੀ ਦੇ ਨਾਲ ਰਲ ਗਈ। ਔਰ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਸਲੇ ਮਤਲਬ ਲੜਾਈ ਖਤਮ ਹੋਈ 45 ਦੇ ਵਿੱਚ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ, ਜਿਹੜੀ ਇੰਡੀਅਨ ਨੈਸ਼ਨਲ ਆਰਮੀ ਦੇ ਸੋਲਜਰ ਜਾਂ ਉਹ ਆਰਮੀ ਸੀ ਜਿਹੜੀ, ਉਹ ਪਲਟੂਨ ਜਿਹੜੀ ਸੀਗੀ, ਉਹਨੂੰ ਖਤਮ ਕਰ ਦਿੱਤਾ ਜੀ।
ਔਰ ਕਈਆਂ ਨੂੰ ਸਜ਼ਾ ਵੀ ਦਿੱਤੀ, ਪੈਨਸ਼ਨ ਕਿਸੇ ਨੂੰ ਨਹੀਂ ਦਿੱਤੀ। ਇਹ ਸਭ ਤੋਂ ਵੱਡਾ ਮਤਲਬ ਵਿਤਕਰਾ ਹੈ ਜੀ। ਹਾਂਜੀ ਹਾਂਜੀ। ਹਾਂ ਤੇ ਆਪਾਂ ਆਪਣੇ ਪਿਛਲੇ ਹਫਤੇ ਜੀ ਸਾਡੇ ਬਹੁਜਨ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਜੀ। ਊਧਮ ਸਿੰਘ ਹਾਂ ਜੀ ਦਾ ਸ਼ਹੀਦੀ ਦਿਵਸ ਸੀਗਾ, ਹਾਂਜੀ ਤੇ ਅੱਜ ਆਪਾਂ ਉਹਨਾਂ ਦੇ ਉੱਪਰ ਆਪਣਾ ਜੋ ਵੀ ਸ਼ਰਧਾਂਜਲੀਆਂ ਦੇਵਾਂਗੇ। ਜੀ ਜੀ। ਸੋ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੋਗੇ? ਦੇਖੋ ਬੱਦਲ ਸਾਹਿਬ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਜ਼ਾਦੀ ਜਿਹੜੀ ਸੀਗੀ ਉਹਦੇ ਪਿੱਛੇ ਬਹੁਤ ਕੁਰਬਾਨੀਆਂ ਸੀ, ਬਹੁਤ ਖੂਨ ਖਰਾਬਾ ਸੀਗਾ ਜੀ। ਔਰ ਬਹੁਤ ਸ਼ਹੀਦੀਆਂ ਸੀਗੀਆਂ। ਅਨੇਕਾਂ ਲੋਕਾਂ ਨੇ ਮਤਲਬ ਅੰਗਰੇਜ਼ਾਂ ਦਾ ਜੋ ਵੀ ਜ਼ੁਲਮ ਸਿਤਮ ਸੀਗਾ ਉਹ ਝੱਲਿਆ। ਉਹ ਹੁਕਮ ਕਰਦੇ ਸੀ, ਜ਼ੁਲਮ ਸਿਤਮ ਸਾਡੇ ਹੀ ਕਰਨ ਵਾਲੇ ਸੀਗੇ। ਜੀ। ਸਿਪਾਹੀ ਵੀ ਉਹੀ ਸੀਗੇ, ਫਾਂਸੀ ਦੇਣ ਵਾਲੇ ਵੀ ਉਹੀ ਸੀਗੇ, ਔਰ ਗੋਲੀਆਂ ਚਲਾਉਣ ਵਾਲੇ ਵੀ ਸਾਡੇ ਸੀਗੇ। ਅੰਗਰੇਜ਼ ਨਹੀਂ ਗੋਲੀਆਂ ਚਲਾਉਂਦੇ ਸੀਗੇ, ਇਹ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਹਾਂ। ਔਰ ਉਹ ਜਿਹੜੀ ਲੜਾਈ ਸੀਗੀ ਔਰ ਸ਼ਹੀਦਾਂ ਦੀ ਲੜਾਈ ਸੀਗੀ, ਉਹਨਾਂ ਦੇ ਕੁਝ ਸੁਪਨੇ ਸੀਗੇ ਕਿ ਸਾਡਾ ਭਾਰਤ ਆਜ਼ਾਦ ਹੋਏਗਾ ਔਰ ਸਾਡੀ ਆਪਣੀ ਹਕੂਮਤ ਹੋਏਗੀ, ਸਾਡੀ ਆਪਣੀ ਕਿਸਮਤ ਸਾਡੇ ਆਪਣੇ ਹੱਥ ਹੋਏਗੀ ਔਰ ਅਸੀਂ ਆਪਣੀ ਕਿਸਮਤ ਦਾ ਫੈਸਲਾ ਜਿਹੜਾ ਆਪ ਕਰਾਂਗੇ, ਨਾ ਕਿ ਅੰਗਰੇਜ਼ ਕਰਨਗੇ। ਜੀ। ਔਰ ਉਹਨਾਂ ਦੀ ਜਿਹੜੀ ਕੁਰਬਾਨੀ ਮੈਂ ਦੱਸ ਦੇਣਾ ਚਾਹੁੰਦਾ, ਕਿਸੇ ਇੰਡੀਵਿਜੂਅਲ ਲਈ ਨਹੀਂ ਸੀ, ਜਾਂ ਕਿਸੇ ਧਰਮ ਲਈ ਨਹੀਂ ਸੀ, ਜਾਂ ਕਿਸੇ ਮਤਲਬ ਜਾਤ ਪਾਤ ਲਈ ਨਹੀਂ ਸੀ, ਨਾ ਹੀ ਉਹਨਾਂ ਦੀ ਕੁਰਬਾਨੀ ਜਿਹੜੀ ਹੈਗੀ ਆ ਕਿਸੇ ਪੋਲੀਟੀਕਲ ਪਾਰਟੀ ਲਈ ਸੀ। ਉਹਨਾਂ ਦੀ ਸੀਗੀ ਜਿਹੜਾ ਵੀ ਉਹਨਾਂ ਦਾ ਸੀਗਾ, ਧਰਮ ਵੀ ਦੇਸ਼ ਸੀਗਾ, ਕਰਮ ਵੀ ਦੇਸ਼ ਸੀਗਾ। ਆਜ਼ਾਦੀ ਦੀ ਮੰਜ਼ਿਲ ਜਿਹੜੀ ਸੀਗੀ ਉਹ ਉਹਨਾਂ ਦਾ ਇੱਕ ਜੀਵਨ ਦਾ ਮਕਸਦ ਸੀਗਾ ਕਿ ਅਸੀਂ ਆਜ਼ਾਦੀ ਪਾਉਣੀ ਆ ਜੀ। ਔਰ ਉਸ ਲੜਾਈ ਦੇ ਜਿਹੜੇ ਸੀਗੇ ਸਭ ਤੋਂ ਜ਼ਿਆਦਾ ਘੁਲਾਟੀਏ ਸੀਗੇ। ਦੋ ਤਰ੍ਹਾਂ ਦੇ ਗਰੁੱਪ ਲੜ ਰਹੇ ਸਨ, ਇੱਕ ਗਰਮ ਦਲ, ਇੱਕ ਸਰਦ ਦਲ। ਸਰਦ ਦਲ ਸੀਗਾ ਕਾਂਗਰਸ ਪਾਰਟੀ ਲੀਡ ਕਰਦੀ ਸੀ, ਗਰਮ ਦਲ ਸੀਗਾ ਸੁਭਾਸ਼ ਚੰਦਰ ਬੋਸ ਵਰਗੇ ਜਿਹੜੇ ਮੋਹਰੇ ਲੀਡਰ ਆਏ, ਮੁਲਕ ਛੱਡ ਕੇ ਬਾਹਰ ਚਲੇ ਗਏ। ਔਰ ਉਹਨਾਂ ਦੇ ਨਾਲ ਗਾਹਾਂ ਜਿਹੜੇ ਰਲੇ ਹੈਗੇ ਆ, ਸਰਦਾਰ ਭਗਤ ਸਿੰਘ ਹੋਇਆ, ਸ਼ਹੀਦ ਆਜ਼ਮ ਊਧਮ ਸਿੰਘ ਹੋਇਆ, ਚੰਦਰ ਸ਼ੇਖਰ ਆਜ਼ਾਦ ਹੋਇਆ। ਇਹ ਜਿਹੜੇ ਸਾਰੇ ਸੀਗੇ ਲੋਕ ਇਹ ਕਹਿੰਦੇ ਸੀਗੇ ਵੀ ਸਾਡਾ ਮੁਲਕ ਆ, ਅਸੀਂ ਜਿਹੜੀ ਆਜ਼ਾਦੀ ਆ ਉਹ ਮਿਹਨਤਾਂ ਨਾਲ ਨਹੀਂ ਲੈਣੀ, ਸਾਡਾ ਹੱਕ ਆ, ਅਸੀਂ ਮਿਹਨਤਾਂ ਵੀ ਕਰਦੇ ਆ, ਅਸੀਂ ਜ਼ੋਰ ਨਾਲ ਵੀ ਲੈਣੀ ਆ, ਦੋਨੇ ਤਰ੍ਹਾਂ ਹੀ ਲੈਣੀ ਆ। ਔਰ ਸ਼ਹੀਦ ਆਜ਼ਮ ਊਧਮ ਸਿੰਘ ਨੇ ਔਰ ਭਗਤ ਸਿੰਘ ਨੇ ਇਹ ਗੱਲ ਸਾਬਤ ਕਰ ਦਿੱਤੀ। ਔਰ ਇੱਥੋਂ ਤੱਕ ਸੁਭਾਸ਼ ਚੰਦਰ ਬੋਸ ਜੀ ਦਾ ਮੈਂ ਰੈਫਰੈਂਸ ਦਿੱਤਾ ਕਿ ਉਹ ਮਤਲਬ ਕਾਂਗਰਸ ਦਾ ਪ੍ਰਧਾਨ ਸੀਗਾ 1938 ਦੇ ਵਿੱਚ। ਪਿਆਰੇ ਦਰਸ਼ਕੋ, ਸੁਭਾਸ਼ ਚੰਦਰ ਬੋਸ ਕਾਂਗਰਸ ਦਾ ਪ੍ਰਧਾਨ ਸੀਗਾ ਔਰ ਉਹਨੂੰ 39 ਦੇ ਵਿੱਚ ਲਾਹ ਦਿੱਤਾ ਗਿਆ। ਜਿਹੜਾ ਸਰਦਲ ਸੀਗਾ ਔਰ ਉਹਦੇ ਮੰਨ ਲਓ ਆਗੂ ਸੀਗੇ ਜਵਾਹਰ ਲਾਲ ਨਹਿਰੂ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ ਔਰ ਮੋਹਨਦਾਸ ਕਰਮਚੰਦ ਵਰਗੇ। ਉਹਨਾਂ ਨੇ ਸੁਭਾਸ਼ ਚੰਦਰ ਬੋਸ ਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ ਭਈ ਇਹ ਮਤਲਬ ਗਰਮ ਸੁਭਾਅ ਦਾ ਬੰਦਾ, ਇਹ ਸਾਡੇ ਫਿੱਟ ਨਹੀਂ ਆਉਂਦਾ। ਔਰ ਇੱਥੋਂ ਤੱਕ ਲਾਇਆ ਤਾਂ ਉਹਨੂੰ ਮਤਲਬ ਅਰੈਸਟ ਕਰਾਉਣ ਦੀ ਵੀ ਸਾਜ਼ਿਸ਼ ਰਚੀ। ਔਰ ਜਿਹੜੇ ਸਾਜ਼ਿਸ਼ ਰਚੀ ਉਹ ਮੁਲਕ ਛੱਡ ਗਿਆ, ਜਰਮਨ ਚਲਾ ਗਿਆ, ਜਰਮਨ ਤੋਂ ਚਲਾ ਗਿਆ ਸਿੰਗਾਪੁਰ। ਬੜੀ ਲੰਮੀ ਕਹਾਣੀ ਉਹਨਾਂ ਦੀ। ਔਰ ਇਸੇ ਹੀ ਤਰ੍ਹਾਂ ਜਿਹੜਾ ਹੈਗਾ ਆਪਾਂ ਸ਼ਹੀਦ ਆਜ਼ਮ ਊਧਮ ਸਿੰਘ ਹੈ, ਪਹਿਲਾਂ ਮੈਂ ਇਹਦਾ ਤੁਹਾਨੂੰ ਬਚਪਨ ਥੋੜਾ ਜਿਹਾ ਦੱਸਾਂ, ਉਹ ਚੰਗਾ ਰਹੇਗਾ ਹੈ ਜੀ। ਸ਼ਹੀਦ ਆਜ਼ਮ ਊਧਮ ਸਿੰਘ ਪਿਆਰੇ ਦਰਸ਼ਕੋ, ਉਹ ਇੱਕ ਮਤਲਬ ਗਰੀਬ ਘਰਾਣੇ ਸਨ। ਉਹਦੇ ਮਾਂ ਪੇ ਯੂਪੀ ਦੇ ਰਹਿਣ ਵਾਲੇ ਸਨ। ਉਹ ਹਮੇਸ਼ਾ ਹੀ ਕਸ਼ਮੀਰ 'ਚ ਜਾਂ ਪੰਜਾਬ ਦੇ ਵਿੱਚ ਜਾਂ ਪਟਿਆਲੇ ਦੀ ਰਿਆਸਤ ਦੇ ਵਿੱਚ, ਜਿਸ ਤਰ੍ਹਾਂ ਹੁਣ ਆਉਂਦੇ ਯੂਪੀ ਬਿਹਾਰ ਦੇ ਉੱਤੋਂ ਕੰਮ ਕਰਨ ਵਾਲੇ ਆਉਂਦੇ ਆ, ਭਈਏ ਜਿਨ੍ਹਾਂ ਨੂੰ ਕਹਿੰਦੇ ਨੇ, ਇਸੇ ਤਰ੍ਹਾਂ ਉਹਨਾਂ ਦੇ ਮਾਪੇ ਆਉਂਦੇ ਸਨ। ਔਰ ਉਹਨਾਂ ਦਾ ਜਿਹੜਾ ਫਾਦਰ ਸੀਗਾ ਉਹਦਾ ਨਾਂ ਚੂੜਾ ਰਾਮ ਜਾਂ ਚੂੜ ਰਾਮ, ਮਾਤਾ ਨਰੈਣਾ ਦੇਵੀ। ਔਰ ਪਿੰਡ ਜਿਹੜਾ ਯੂਪੀ ਸੀਗਾ ਪਤਿਆਲੀ ਪਿੰਡ ਸੀਗਾ। ਔਰ 1880 ਦੇ ਵਿੱਚ ਉਹ ਪਿੰਡ ਤੋਂ ਆਏ ਪਟਿਆਲੇ, ਔਰ ਪਟਿਆਲੇ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਸੁਨਾਮ ਪਿੰਡ ਦੇ ਵਿੱਚ ਉਹ ਠਹਿਰੇ। ਔਰ ਉੱਥੇ ਇੱਕ ਸਰਦਾਰ ਧੰਨਾ ਸਿੰਘ ਸੀਗਾ, ਉਹ ਸਰਕਾਰੀ ਨੌਕਰੀ ਤੇ ਸੀਗਾ। ਔਰ ਉਹਨਾਂ ਦੀ ਧਰਮ ਪਤਨੀ ਜਿਹੜੀ ਸੀਗੀ ਮਾਨ ਕੌਰ ਸੀਗੀ। ਦੋਨੇ ਹੀ ਮਤਲਬ ਸਹਿਜਧਾਰੀ, ਮਤਲਬ ਅੰਮ੍ਰਿਤ ਛਕਿਆ ਜਿਹਨੂੰ ਕਹਿੰਦੇ ਆ, ਉਹਨੂੰ ਸਹਿਜਧਾਰੀ ਕਹਿੰਦੇ ਆ। ਉਹਨਾਂ ਦੇ ਕੰਮ ਕਰਨ ਲੱਗੇ। ਔਰ ਕਿਉਂਕਿ ਜਿਹੜਾ ਸਰਦਾਰ ਧੰਨਾ ਸਿੰਘ ਸੀਗਾ ਉਹ ਸਰਕਾਰੀ ਅਫਸਰ ਸੀਗਾ ਔਰ ਓਵਰਸੀਅਰ ਸੀਗਾ, ਉਹਨੇ ਜਿਹੜੇ ਸ਼੍ਰੀਮਾਨ ਚੂੜ ਰਾਮ ਸੀਗੇ ਉਹਨਾਂ ਨੇ ਇੱਕ ਫਾਟਕ ਤੇ ਫਾਟਕ ਮੈਨ ਲਵਾਤਾ ਹੈ ਜੀ। ਇੱਕ ਨਾਲ ਇਹ ਵੀ ਕੰਮ ਕੀਤਾ, ਨਾਲੇ ਉਹ ਉਹਨਾਂ ਦੇ ਕੰਮ ਕਰਦੇ ਸੀ,
ਨਾਲੇ ਉਹ ਫਾਟਕ ਦਾ ਕੰਮ ਕਰਦੇ ਸਨ। ਅੱਛਾ, ਉਸ ਤੋਂ ਬਾਅਦ ਹੋਇਆ ਕੀ ਹੈ ਕਿ ਬੱਚੇ ਹਾਲੇ ਉਹਨਾਂ ਦੇ ਹੈ ਨਹੀਂ ਸੀਗੇ। ਭਗਤ ਸਿੰਘ ਊਧਮ ਸਿੰਘ ਔਰ ਇੱਕ ਉਹਨਾਂ ਦਾ ਲੜਕਾ, ਦੋ ਜਣੇ ਉਹ ਉੱਥੇ ਪੈਦਾ ਹੋਏ ਜੀ। ਔਰ ਪੈਦਾ ਹੋਣ ਤੋਂ ਬਾਅਦ ਇਹ ਹੋਇਆ ਕਿ ਥੋੜੀ ਦੇਰ ਤੋਂ ਬਾਅਦ ਉਹ ਦੋਨੇ ਵਿਚਾਰੇ ਮਰ ਗਏ। ਅੱਛਾ ਹੈ ਜੀ। ਅੱਛਾ, ਮਰ ਗਏ ਜਿਹੜੇ ਦੋਨੇ ਹੀ। ਜਿਹੜੇ ਮਤਲਬ ਊਧਮ ਸਿੰਘ ਜਾਂ ਉਹਨਾਂ ਦਾ ਭਾਈ ਸੀਗਾ ਉਹ 5-6 ਸਾਲ ਦੇ ਸੀਗੇ ਜੀ। ਔਰ ਉਹਨਾਂ ਨੂੰ ਪਿਆਰੇ ਦਰਸ਼ਕੋ ਇਹ ਆ ਕਿ ਸਰਦਾਰ ਧੰਨਾ ਸਿੰਘ ਜਿਹੜੇ ਜਗੀਰਦਾਰ ਸਨ, ਸਰਕਾਰੀ ਨੌਕਰ ਸਨ, ਉਹਨਾਂ ਕਿਹਾ ਸਾਡੇ ਕੋਲੋਂ ਤਾਂ ਹੁਣ ਇਹਨਾਂ ਦੀ ਦੇਖਭਾਲ ਨਹੀਂ ਹੋਣੀ। ਦੇਖੋ ਲੋਕ ਬੱਚੇ ਟੋਲਦੇ ਆ 5-6-7 ਸਾਲ ਦੇ, ਔਰ ਇੰਨਾ ਤਰਸ ਨਹੀਂ ਕੀਤਾ ਕਿ ਇਹਨਾਂ ਦੇ ਮਾਪੇ ਚਲੇ ਗਏ ਆ, ਇਹਨਾਂ ਨੂੰ ਅਸੀਂ ਆਪਣੇ ਕੋਲ ਰੱਖ ਲਈਏ, 5-6 ਸਾਲ ਬਾਅਦ ਇਹਨਾਂ ਨੇ ਜਵਾਨ ਹੋ ਜਾਣਾ। ਉਹਨਾਂ ਨੂੰ ਅੰਮ੍ਰਿਤਸਰ ਜਾ ਕੇ ਉਹਨਾਂ ਨੂੰ ਇੱਕ ਯਤੀਮਖਾਨੇ ਉੱਥੇ ਛੱਡਿਆ ਹੈ ਜੀ। ਔਰ ਉਹਨਾਂ ਨੂੰ ਯਤੀਮਖਾਨੇ ਛੱਡਿਆ ਹੈ ਤਾਂ ਉੱਥੇ ਉਹਨਾਂ ਦੇ ਜਿਹੜੇ ਨਾਂ ਆ ਉਹ ਵੀ ਬਦਲੇ ਗਏ ਹੈ ਜੀ। ਔਰ ਪਹਿਲਾਂ ਤਾਂ ਧੰਨਾ ਸਿੰਘ ਨੇ ਬਦਲਿਆ, ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ, ਔਰ ਸਾਧੂ ਸਿੰਘ ਤੋਂ ਬਾਅਦ ਉਹਨਾਂ ਦਾ ਨਾਂ ਯਤੀਮਖਾਨੇ 'ਚ ਊਧਮ ਸਿੰਘ ਬਦਲ ਦਿੱਤਾ ਗਿਆ। ਅੱਛਾ ਜੀ। ਹਾਂਜੀ, ਔਰ ਉਹਨਾਂ ਦੇ ਭਾਈ ਦਾ ਵੀ ਨਾਂ ਬਦਲ ਦਿੱਤਾ ਗਿਆ। ਔਰ ਹੈਰਾਨੀ ਵਾਲੀ ਗੱਲ ਇਹ ਹੈਗੀ ਆ ਕਿ ਸਰਦਾਰ ਊਧਮ ਸਿੰਘ, ਸ਼ਹੀਦ ਆਜ਼ਮ ਊਧਮ ਸਿੰਘ, ਇਹ ਆ ਕਿ ਉਹਨਾਂ ਦੀ ਹਿਸਟਰੀ ਮਿਲਦੀ ਆ ਜੀ। ਉਹਨਾਂ ਦੇ ਭਾਈ ਦਾ ਪਤਾ ਹੀ ਨਹੀਂ ਲੱਗਾ ਵੀ ਉਹ ਕਿੱਥੇ ਗਿਆ ਹੈ ਜੀ। ਔਰ ਇਹਨਾਂ ਨੇ ਫਿਰ ਬੱਦਨ ਸਾਹਿਬ ਮੈਟ੍ਰਿਕ ਪਾਸ ਕੀਤੀ, ਔਰ ਨਾਲ ਹੀ ਇਹ ਆ ਕਿ ਕਾਰਪੈਂਟਰੀ ਦਾ ਦਸਤਕਾਰੀ ਸਿੱਖੀ, ਔਰ ਸਰੀਰ ਦੇ ਉਹ ਤਕੜੇ ਹੋਣ ਕਰਕੇ ਉਹਨਾਂ ਨੂੰ ਘੋੜਨ ਦਾ ਬੜਾ ਸ਼ੌਕ ਸੀ, ਕੁਸ਼ਤੀ ਵੀ ਕਰਦੇ ਸੀਗੇ ਜੀ ਹੈ ਜੀ। ਸੋ ਇਹ ਉਹਨਾਂ ਦੀ ਮਤਲਬ ਜਿਹੜੀ ਪ੍ਰਾਇਮਰੀ ਪਹਿਲੀ ਲਾਈਫ ਸੀਗੀ ਹੈ ਜੀ। ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਜੀਵਨ ਹੈਗਾ, ਉਹਨਾਂ ਨੇ 10ਵੀਂ ਪਾਸ ਕਰ ਲਈ, ਉਹਨਾਂ ਦਾ ਜੀਵਨ ਬਿਲਕੁਲ ਪਿਆਰੇ ਦਰਸ਼ਕੋ ਬਦਲ ਗਿਆ। ਕਿ ਇੱਕ ਮਜ਼ਦੂਰ ਦਾ ਲੜਕਾ ਮਜ਼ਦੂਰ ਕਰੇਗਾ ਜਾਂ ਨੌਕਰੀ ਕਰੇਗਾ ਜਾਂ ਕੁਝ ਹੋਰ ਕਰੇਗਾ। ਇੱਕ ਹਾਦਸਾ ਹੋਇਆ ਜਿਹੜਾ ਕਿ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਜਲਿਆਂਵਾਲੇ ਬਾਗ ਵਿੱਚ ਹੋਇਆ ਜੀ। ਔਰ ਜਲਿਆਂਵਾਲੇ ਬਾਗ ਦੇ ਵਿੱਚ ਇਹ ਸੀਗਾ ਕਿ ਇਹ ਉਸ ਟਾਈਮ 'ਤੇ ਜਿਹੜਾ ਹਾਦਸਾ ਹੋਇਆ ਉਹਦਾ ਵੀ ਮੈਂ ਤੁਹਾਨੂੰ ਇਤਿਹਾਸ ਦੱਸਦਾ। ਇਹ ਉਸ ਹਾਦਸੇ ਦੇ ਵਿੱਚ ਪਾਣੀ ਪਿਲਾਉਂਦੇ ਸੀ ਲੋਕਾਂ ਨੂੰ ਜੀ। ਸੇਵਾ ਭਾਵ ਜਿਹੜਾ ਸੀਗਾ ਇਹਨਾਂ ਦੇ ਬਹੁਤ ਸੀਗਾ ਇਹਨਾਂ ਦੇ ਵਿੱਚ, ਕਿਉਂਕਿ ਇਹ ਸਹਿਜਧਾਰੀ ਸਿੰਘਾਂ ਦੇ ਨਾਂ ਰਹੇ ਸਨ ਔਰ ਆਪ ਵੀ ਸਿੰਘ ਬਣ ਗਏ ਸਨ। ਸੋ ਇਹਨਾਂ ਦੇ ਵਿੱਚ ਇੱਕ ਇਹੋ ਜਿਹੀ ਭਾਵਨਾ ਸੀਗੀ ਲੋਕਾਂ ਦੀ ਸੇਵਾ ਕਰਨੀ ਜੀ। ਔਰ ਇੱਥੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਲਾਈਫ ਦੇ ਵਿੱਚ ਕਿਉਂ ਬਦਲੀ ਆਈ। ਉਹ ਬਦਲੀ ਇਹ ਆਈ ਕਿ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਹੈਗਾ ਉਹ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਦਾ। ਉਹ ਇਹ ਸੀਗਾ ਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਇੱਕ ਮਜ਼੍ਹਬੀ ਫੌਜੀ ਗਰੁੱਪ ਜਿਹੜਾ ਪਲਟਨ ਦੇ ਵਿੱਚ, ਉਹ ਮੰਨ ਲਓ ਸਿੱਖ ਭਰਤੀ ਨਾਂ ਦੱਸ ਕੇ ਤੋਂ ਮਤਲਬ ਫੌਜ ਦੇ ਵਿੱਚ ਭਰਤੀ ਹੁੰਦੇ ਸਨ ਜੀ। ਉਹਨਾਂ ਨੂੰ ਮਜ਼੍ਹਬੀ ਸਿੰਘ ਕਹਿੰਦੇ ਆ ਜੀ। ਔਰ ਉਹਨਾਂ ਨੇ ਇਹ ਆ ਕਿ ਜਰਮਨ ਜਾਂ ਜਾਪਾਨ ਵਾਲਿਆਂ ਨੇ ਦੇ ਉੱਤੇ ਮਤਲਬ ਕਾਫੀ ਮਤਲਬ ਫਸਟ ਵਰਲਡ ਵਾਰ ਹੋਈ, ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਫਸਟ ਵਰਲਡ ਵਾਰ 1419 ਤੱਕ 18 ਤੱਕ ਸੀ ਪਿਆਰੇ ਦਰਸ਼ਕੋ। ਉਸ ਫਸਟ ਵਰਲਡ ਵਾਰ ਦੇ ਵਿੱਚ ਉਹਨਾਂ ਨੇ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ ਬਾਹਰਲੇ ਮੁਲਕਾਂ 'ਚ ਵੀ ਜਾ ਕੇ। ਔਰ ਉਹ ਗੁਰਦੁਆਰੇ ਹਰਿਮੰਦਰ ਸਾਹਿਬ ਗਏ ਇਕੱਠੇ ਹੋ ਕੇ ਕਿ ਅਸੀਂ ਇੱਥੇ ਮਤਲਬ ਪਾਠ ਕਰਾਉਣਾ ਹੈਗਾ ਔਰ ਗੁਰੂਆਂ ਦਾ ਨਾਮ ਲੈਣਾ ਹੈਗਾ ਕਿ ਅਸੀਂ ਬਿਲਕੁਲ ਸਹੀ ਸਲਾਮਤ ਘਰ ਪਹੁੰਚ ਗਏ ਹਾਂ ਔਰ ਸਭ ਦੀ ਜਿਹੜੀ ਹੈਗੀ ਅਸੀਂ ਸੁੱਖ ਸ਼ਾਂਤ ਜਿਹੜੀ ਆ ਖੁਸ਼ੀ ਜਿਹੜੀ ਹੈਗੀ ਆ ਉਹਦੇ ਲਈ ਅਰਦਾਸ ਕਰਨੀ ਆ। ਔਰ ਪਹਿਲਾਂ ਤਾਂ ਉੱਥੇ ਜਿਹੜੇ ਪ੍ਰਬੰਧਕ ਸੀਗੇ ਉਹ ਮੰਨ ਗਏ। ਆਸਤਾ ਆਸਤਾ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਅਸਲੀ ਸਿੰਘ ਨਹੀਂ ਹੈਗੇ ਜੀ, ਇਹ ਨਕਲੀ ਸਿੰਘ ਹੈ, ਮਜ਼੍ਹਬੀ ਸਿੰਘ ਹੈ ਹਾਂਜੀ। ਔਰ ਉਹਨਾਂ ਨੂੰ ਉੱਥੋਂ ਨਾ ਕਰ ਦਿੱਤੀ। ਔਰ ਨਾ ਕਰਨ ਤੋਂ ਬਾਅਦ ਪਿਆਰੇ ਦਰਸ਼ਕੋ ਉਹਨਾਂ ਨੇ ਕੀ ਕੀਤਾ, ਫੈਸਲਾ ਕੀਤਾ ਕਿ ਜਲਿਆਂਵਾਲਾ ਬਾਗ ਇੱਕ ਖੁੱਲ੍ਹਾ ਹੈਗਾ, ਲੋਕ ਉੱਥੇ ਇਕੱਠੇ ਹੁੰਦੇ ਆ, ਆਪਾਂ ਉੱਥੇ ਚੱਲ ਕੇ ਜਸ਼ਨ ਮਨਾ ਲੈਂਦੇ ਆ ਜੀ ਹਾਂਜੀ। ਅਰਦਾਸ ਕਰ ਲਵਾਂਗੇ ਭਈ ਗੁਰੂ ਗ੍ਰੰਥ ਸਾਹਿਬ ਨਾ ਵੀ ਹੋਇਆ ਅਸੀਂ ਉੱਥੇ ਖੜੇ ਹੋ ਕੇ ਅਰਦਾਸ ਕਰ ਲਵਾਂਗੇ ਲੋਕਾਂ ਦੇ ਵਿੱਚ। ਔਰ ਹੋਇਆ ਕਿ ਜਿਸਲੇ ਉਹ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ 13 ਅਪ੍ਰੈਲ ਨੂੰ, ਔਰ
ਜਿਹੜਾ ਸੀਗਾ ਗੁਰਦੁਆਰੇ ਦਾ ਪ੍ਰਬੰਧਕ, ਉਹਦਾ ਮੈਂ ਤੁਹਾਨੂੰ ਦੱਸਣਾ, ਹਿਸਟਰੀ ਦੇ ਵਿੱਚ ਆਉਂਦਾ, ਕਈਆਂ ਨੇ ਉਹਦਾ ਰੈਫਰੈਂਸ ਦਿੱਤਾ। ਕੀ ਸੀਗਾ ਉਹਦਾ ਨਾਂ? ਸੀਗਾ, ਮੇਰੇ ਕੋਲ ਹੈਗਾ ਇੱਥੇ ਲਿਖਿਆ ਕਿਤੇ, ਅੱਜ ਕੱਲ ਜਿਹੜੇ ਅਕਾਲੀ ਪਾਰਟੀ ਦੇ ਵਿੱਚ ਦੂਜੀ ਪਾਰਟੀ ਆ, ਸਿਮਰਨਜੀਤ ਸਿੰਘ ਮਾਨ ਦੀ ਅਕਾਲੀ ਪਾਰਟੀ, ਜੀ, ਸਿਮਰਨਜੀਤ ਇੱਕ ਸਿੰਘ ਬਾਦਲ ਦੀ ਪਾਰਟੀ ਆ, ਸੁਖਬੀਰ ਬਾਦਲ ਆ, ਹੁਣ ਪ੍ਰਕਾਸ਼ ਸਿੰਘ ਬਾਦਲ ਸੀਗਾ, ਔਰ ਇੱਕ ਸਿਮਰਨਜੀਤ ਸਿੰਘ ਮਾਨ, ਜੀ। ਉਹਨਾਂ ਦੀ ਇੱਕ ਅਕਾਲੀ ਪਾਰਟੀ, ਦੋ ਅਕਾਲੀ ਪਾਰਟੀਆਂ ਚੱਲਦੀਆਂ। ਜੀ ਔਰ ਜਿਹੜਾ ਉੱਥੇ ਜਥੇਦਾਰ ਸੀਗਾ ਉਹ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਸਨ। ਅੱਛਾ। ਉਹਨਾਂ ਦਾ ਨਾਂ ਇਹ ਆ ਕਿ ਜਥੇਦਾਰ ਅਰੂੜ ਸਿੰਘ, ਜਿਨ੍ਹਾਂ ਨੇ ਕਿ ਉਹਨਾਂ ਨੂੰ ਫੌਜੀਆਂ ਨੂੰ, ਬਹਾਦਰਾਂ ਨੂੰ, ਸ਼ਹੀਦਾਂ ਨੂੰ, ਜਿੰਦੇ ਸ਼ਹੀਦਾਂ ਨੂੰ ਗੁਰਦੁਆਰੇ ਦੇ ਵਿੱਚ ਅਰਦਾਸ ਕਰਨ ਤੋਂ ਨਾ ਕਰ ਦਿੱਤੀ। ਔਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਉਹਨਾਂ ਨੇ ਮੀਟਿੰਗ ਤੈਅ ਕੀਤੀ ਜੀ। ਔਰ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜਥੇਦਾਰ ਅਰੂੜ ਸਿੰਘ ਨੇ ਜੀ ਜਨਰਲ ਡਾਇਰ ਨੂੰ ਟੈਲੀਫੋਨ ਕੀਤਾ ਜਾਂ ਸੱਦਾ ਭੇਜਿਆ ਜੀ, ਭਈ ਜਲਿਆਂਵਾਲੇ ਬਾਗ ਦੇ ਵਿੱਚ ਤੁਹਾਡੇ ਖਿਲਾਫ ਕੁਝ ਲੋਕ ਸਾਜ਼ਿਸ਼ ਰਚ ਰਹੇ ਹਨ, ਜੀ ਇਕੱਠੇ ਹੋਏ ਹਨ। ਔਰ ਇੱਥੇ ਦੱਸਣਾ ਚਾਹੁੰਦਾ ਹੈਗਾ ਕਿ 1914 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਇੰਡੀਆ ਐਕਟ ਪਾਸ ਕੀਤਾ ਹੈਗਾ, ਉਹਦੇ ਵਿੱਚ ਬੜਾ ਲੰਮਾ ਚੌੜਾ ਹੈਗਾ। ਮੇਨ ਗੱਲ ਇਹ ਹੈਗੀ ਪਿਆਰੇ ਦਰਸ਼ਕੋ, ਉਹ 1914 ਦਾ ਜਿਹੜਾ ਐਕਟ ਸੀਗਾ, ਉਧਰ ਫਸਟ ਜੰਗ ਸ਼ੁਰੂ ਹੋ ਗਈ ਸੀ, ਉਧਰੋਂ ਜਿਹੜਾ ਇੰਡੀਆ ਦੇ ਖਿਲਾਫ ਜਾਂ ਇੰਡੀਆ ਦੇ ਲਈ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਸੀਗਾ ਕਿ ਕੋਈ ਜਲਸਾ ਜਲੂਸ ਨਹੀਂ, ਕੋਈ ਆਜ਼ਾਦੀ ਦੀ ਜੰਗ ਨਹੀਂ, ਔਰ ਉਹਦੇ ਲਈ ਸਖਤੀ ਕਰ ਦਿੱਤੀ ਸੀ ਉਹਨਾਂ ਨੇ ਜੀ। ਬਸ ਫਸਟ ਵਾਰ ਉਹਨਾਂ ਨੇ ਲੜਨੀ ਸੀ, ਔਰ ਨਾਲ ਇਹ ਆ ਕਿ ਜਿਹੜਾ ਇੰਡੀਆ ਸੀਗਾ ਉਹਨੂੰ ਵੀ ਨਾਲ ਲੈਣਾ ਸੀਗਾ। ਪਰ ਉਹਨਾਂ ਨੇ ਜਿਹੜੇ ਆਜ਼ਾਦੀ ਦੇ ਘੁਲਾਟੀਏ ਸੀ, ਆਜ਼ਾਦੀ ਦੀ ਕੋਈ ਵੀ ਮੂਵਮੈਂਟ ਸੀਗੀ, ਉਹਦੇ ਉੱਤੇ ਪਿਆਰੇ ਦਰਸ਼ਕੋ ਬਹੁਤ ਹੀ ਸਖਤੀ ਨਾਲ ਉਹਨਾਂ ਨੇ ਵਰਤਾਅ ਕਰਨ ਦੇ ਮੰਨ ਇੱਕ ਕਾਨੂੰਨ ਪਾਸ ਕਰ ਦਿੱਤਾ। ਔਰ ਇਹ ਆ ਕਿ ਜਨਰਲ ਡਾਇਰ ਨੂੰ ਜਿਸਲੇ ਦੱਸਿਆ ਵੀ ਇਕੱਠੇ ਹੋਏ ਹੋ ਆ, ਔਰ ਉਹ ਆ ਕਿ 1914 ਦਾ ਜਿਹੜਾ ਕਾਨੂੰਨ ਉਹ ਅਲਾਉ ਨਹੀਂ ਕਰਦਾ ਸੀਗਾ ਜੀ। ਹਾਂਜੀ। ਔਰ ਜਨਰਲ ਡਾਇਰ ਨੇ ਆਰਮੀ ਭੇਜ ਦਿੱਤੀ ਤਾਂ ਤੁਹਾਨੂੰ ਪਤਾ ਜਲਿਆਂਵਾਲੇ ਬਾਗ ਦੇ ਵਿੱਚ ਕੀ ਹੋਇਆ, ਤਕਰੀਬਨ 400 ਦਾ ਸ਼ਹੀਦ ਹੋ ਗਏ, ਗੋਲੀਆਂ ਦੇ ਨਾਲ ਮਾਰ ਦਿੱਤੇ ਗਏ, ਨਿਹੱਥੇ ਸੀਗੇ। ਔਰ ਉੱਥੇ ਇੱਕ ਖੂਹ ਆ, ਉਹ ਵੀ ਕਹਿੰਦੇ ਲੋਕਾਂ ਨੇ ਦੌੜਦਿਆਂ ਨੇ ਵਿੱਚ ਉਹਦੇ ਡਿੱਗ ਡਿੱਗ ਕੇ ਲੋਕ ਕਈ ਮਰ ਗਏ, ਔਰ ਤਕਰੀਬਨ 1200-1400 ਜਿਹੜੇ ਹੋਏ ਜ਼ਖਮੀ ਹੋਏ ਜੀ। ਔਰ ਉਸ ਹਾਦਸੇ ਤੋਂ ਜੰਗ 16-17 ਸਾਲ ਦਾ ਸਰਦਾਰ ਊਧਮ ਸਿੰਘ ਸੀਗਾ, ਔਰ ਉਹਦੇ ਦਿਲ ਦੇ ਉੱਤੇ ਇੰਨੀ ਚੋਟ ਲੱਗੀ, ਔਰ ਉਹਨੇ ਖੜਾ ਹੋ ਕੇ ਇਹ ਆ ਕਿ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਸਲੂਟ ਮਾਰਿਆ, ਔਰ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਤੁਹਾਡੇ ਲਈ ਆ, ਤੁਹਾਡੀ ਜ਼ਿੰਦਗੀ ਗਈ ਹੈਗੀ ਆ, ਮੇਰੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਜੇ ਮੈਂ ਇਹਦਾ ਬਦਲਾ ਨਾ ਲੈ ਸਕੇ। ਬਿਲਕੁਲ ਬਿਲਕੁਲ। ਔਰ ਉਹਨਾਂ ਨੇ ਇਹ ਆ ਕਿ ਸਭ ਤੋਂ ਪਹਿਲਾਂ ਇਹ ਆ ਭਈ ਸੋਚਿਆ ਕਿ ਅਮਰੀਕਾ ਦੇ ਵਿੱਚ ਇੱਕ ਗਦਰ ਪਾਰਟੀ ਆ ਜੀ, ਔਰ ਉਹ ਗਦਰ ਪਾਰਟੀ ਦੇ ਕੋਲ ਪਹੁੰਚਿਆ ਜਾਵੇ, ਉਹਨਾਂ ਨਾਲ ਰਲ ਕੇ ਕੋਈ ਜਿਹੜੀ ਵਿਉਂਤ ਜਾਂ ਗੋਂਦ ਗੁੰਦੀ ਜਾਵੇ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਸੀਗਾ ਇਹੋ ਜਿਹੇ ਜਲੂਸ ਜਲਸੇ ਕਰਨੇ ਜਾਂ ਇਕੱਠੇ ਹੋਣੇ, ਆਜ਼ਾਦੀ ਦੀ ਜਿਹੜੀ ਸੀਗੀ ਲਹਿਰ, ਉਹਦੇ ਲਈ ਕੋਈ ਵੀ ਕੰਮ ਕਰਨਾ, ਉਹ ਜਿਹੜਾ 1914 ਦਾ ਕਾਨੂੰਨ ਸੀਗਾ ਉਹਦੇ ਵਿੱਚ ਠੱਪ ਕਰ ਦਿੱਤਾ ਜੀ। ਸੋ ਇਹ ਆ ਕਿ ਸਰਦਾਰ ਊਧਮ ਸਿੰਘ ਜੀ ਉਹਨਾਂ ਨੇ ਫਿਰ ਇਹ ਆ ਕਿ ਪੈਸੇ ਥੋੜ੍ਹੇ ਬਹੁਤ ਇੱਧਰੋਂ ਉੱਧਰੋਂ ਘੁਮਾ ਕੇ ਉਹ ਅਫਰੀਕਾ ਚਲੇ ਗਿਆ, ਯੁਗੰਡਾ ਕੀਨੀਆ ਤੋਂ ਹੁੰਦੇ ਹੋਏ ਉਹ ਅਮਰੀਕਾ ਗਏ। ਉੱਥੇ ਇਹ ਆ ਕਿ ਜਿਹੜੇ ਗਦਰ ਲਹਿਰ ਦੇ ਉਸ ਟਾਈਮ ਤੇ ਮੋਹਰੇ ਸੀਗੇ, ਘੁਲਾਟੀਏ ਸੀਗੇ, ਲੰਮੀ ਕਹਾਣੀ ਆ ਕਿਉਂਕਿ ਟਾਈਮ ਥੋੜਾ ਸ਼ਾਰਟਕਟ ਕਰਦਾ, ਔਰ ਉਹਨਾਂ ਦੇ ਨਾਲ ਮੇਲ ਜੋਲ ਉਹਨੇ ਕੀਤਾ, ਫੈਕਟਰੀ ਦੇ ਵਿੱਚ ਕੰਮ ਵੀ ਕੀਤਾ, ਔਰ ਉਹਨਾਂ ਨੂੰ ਕਿਹਾ ਕਿ ਮੈਂ ਇਸ ਕੰਮ ਲਈ ਆਇਆ। ਔਰ ਉਹਨਾਂ ਨੇ ਸਹੀ ਗੱਲ ਇਹ ਲਿਖਣ ਵਾਲੇ ਦੱਸਦੇ ਕਿ ਉਹਦਾ ਮਜ਼ਾਕ ਜਿਹਾ ਉਡਾਇਆ ਜੀ, ਹੈ ਜੀ ਭਾਈ ਇਹ ਲੜਾਈ ਕੀ ਕਰ ਲਏਗਾ, ਕਿਉਂਕਿ ਉਹਦੀ ਜਿਹੜੀ ਪਿਛੋਕੜ ਸੀਗਾ ਸਾਰਾ ਪੁੱਛ ਲਿਆ ਵੀ ਇਹ ਛੋਟੀਆਂ ਜਾਤਾਂ ਚੋਂ ਇਹਨ ਕੀ ਲੜਨਾ ਹੈਗਾ, ਹੈ ਜੀ। ਉਹਨੂੰ ਇਗਨੋਰ ਜਿਹਾ ਕੀਤਾ, ਔਰ ਅਖੀਰ ਉਹ ਇਹ ਆ ਕਿ ਪਿਆਰੇ ਦਰਸ਼ਕੋ ਬੜੇ ਨਿਰਾਸ਼ਾ ਹੋ ਕੇ ਉਹਨਾਂ ਨੇ ਇੱਕ ਮਨ ਦੇ ਵਿੱਚ ਫੈਸਲਾ
ਕਰ ਲਿਆ ਕਿ ਇੰਡੀਆ ਹੀ ਵਾਪਸ ਚਲੇ ਜਾਵਾਂ, ਉੱਥੇ ਚੰਗਾ ਆ। ਪਰ ਵਾਪਸ ਜਾਣ ਲਈ ਉਹਨਾਂ ਨੇ ਆਪਣੇ ਮਨ ਦੇ ਵਿੱਚ ਇੱਕ ਕਈ ਮਤਲਬ ਗੱਲਾਂ ਸੋਚੀਆਂ, ਕਈ ਸਕੀਮਾਂ ਸੋਚੀਆਂ ਕਿ ਮੈਂ ਬਦਲਾ ਕਿੱਦਾਂ ਲੈ ਸਕੂੰ। ਅਖੀਰ ਉਹਨਾਂ ਨੇ ਕਿਹਾ ਕਿ ਇੱਕ ਪਿਸਤੌਲ ਤਾਂ ਲੈ ਜਾਵਾਂ, ਇੱਥੋਂ ਮਿਲਦਾ, ਇੰਡੀਆ 'ਚ ਨਹੀਂ ਮਿਲਦਾ। ਉਹਨਾਂ ਨੇ ਇੱਕ ਕਿਤਾਬ ਜਿਹੜੀ ਆ ਉਹਨੂੰ ਕੱਟ ਕੇ ਉਹਦੇ ਵਿੱਚ ਇੱਕ ਪਿਸਤੌਲ ਉਹਨਾਂ ਨੇ ਫਿੱਟ ਕਰਕੇ ਉਹ ਲੈ ਆਂਦਾ। ਉਸ ਟਾਈਮ ਤੇ ਹਵਾਈ ਜਹਾਜ਼ ਨਹੀਂ ਸੀ ਪਿਆਰੇ ਦਰਸ਼ਕੋ, ਸ਼ਿਪਾਂ ਰਾਹੀਂ ਆਉਂਦੇ ਸਨ, ਕਿਸ਼ਤੀਆਂ ਰਾਹੀਂ ਆਉਂਦੇ ਸਨ। ਸੋ ਉਹਨਾਂ ਨੇ ਮਤਲਬ ਉਹ ਜਿਹੜਾ ਪਿਸਤੌਲ ਸੀਗਾ ਇਹ ਲਿਆਂਦਾ, ਔਰ ਜਿਹੜੀ ਸੀਗੀ ਪੋਰਟ ਸੀਗੀ, ਬੰਦਰਗਾਹ ਸੀ, ਉੱਥੇ ਉਹ ਫੜੇ ਗਏ ਜੀ। ਫੜੇ ਗਏ ਤਾਂ ਕੋਰਟ ਦੇ ਵਿੱਚ ਕੇਸ ਚੱਲਿਆ, ਉਹਨਾਂ ਨੂੰ 3 ਸਾਲ ਦੀ ਕੈਦ ਹੋ ਗਈ ਜੀ। ਮਨ ਦੀਆਂ ਮਨ ਵਿੱਚ ਰਹਿ ਗਈਆਂ। ਪਰ ਇਹ ਆ ਕਿ ਜਿਹਦੇ ਮਨ ਦੇ ਵਿੱਚ ਜਜ਼ਬਾਤ ਹੋਣ ਉਹ ਦਬਦੇ ਨਹੀਂ। ਬਿਲਕੁਲ ਬਿਲਕੁਲ। ਪਤੀਲੇ ਦੇ ਉੱਤੇ ਢੱਕਣ ਦਿਓ ਤਾਂ ਉਬਾਲਾ ਆਉਂਦਾ ਤਾਂ ਢੱਕਣ ਲੈ ਜਾਂਦਾ। ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਉਹਨਾਂ ਦੇ ਮਨ 'ਚ ਉਬਾਲਾ ਆਇਆ, ਉਹ ਜੇਲ੍ਹ ਦੇ ਵਿੱਚੋਂ ਵੀ ਨਿਕਲ ਗਿਆ ਜੀ। ਨਿਕਲ ਕੇ ਉਹਨਾਂ ਨੇ ਇਹ ਆ ਕਿ ਆਪਣਾ ਬਾਰਡਰ ਪਾਸ ਕੀਤਾ, ਕਿਹੜਾ ਹੈਗਾ ਨੇਪਾਲ ਗਏ, ਨੇਪਾਲ ਤੋਂ ਅਫਗਾਨਿਸਤਾਨ ਗਏ, ਔਰ ਅਫਗਾਨਿਸਤਾਨ ਤੋਂ ਰਸ਼ੀਆ ਗਏ। ਇਸੇ ਤਰ੍ਹਾਂ ਉਹਨਾਂ ਨੂੰ ਕੋਈ ਨਾ ਕੋਈ ਉੱਥੇ ਰਾਸਤੇ ਦੇ ਵਿੱਚ ਮਿਲਦਾ ਗਿਆ। ਲੰਮੀ ਕਹਾਣੀ ਹੈ ਜੀ, ਕਿਹਦੇ ਕੋਲ ਠਹਿਰੇ, ਕਿੱਦਾਂ ਉਹਨਾਂ ਨੇ ਕੀਤਾ। ਔਰ ਰਸ਼ੀਆ ਤੋਂ ਫਿਰ ਉਹ ਜਰਮਨ ਵੀ ਗਏ, ਇਟਲੀ ਵੀ ਗਏ। ਉਹਨਾਂ ਨੇ ਇਟਲੀ ਤੋਂ ਪਾਸਪੋਰਟ ਵੀ ਲਿਆ, ਇਟਲੀ ਦੇ ਮਤਲਬ ਇਟਲੀ ਦਾ ਪਾਸਪੋਰਟ ਜੀ, ਹਾਂਜੀ। ਉਹਨਾਂ ਨੇ ਆਪਣਾ ਨਾਂ ਵੀ ਬਦਲਿਆ। ਉਹ ਕਰਦੇ ਕਰਾਉਂਦੇ ਪਿਆਰੇ ਦਰਸ਼ਕੋ, ਉਹ ਇੰਗਲੈਂਡ ਦੇ ਵਿੱਚ 1933 ਦੇ ਵਿੱਚ ਇੰਗਲੈਂਡ ਦੇ ਵਿੱਚ ਪਹੁੰਚ ਗਏ, ਹਾਂਜੀ। ਇੰਗਲੈਂਡ ਦੇ ਵਿੱਚ ਪਹੁੰਚ ਗਏ, ਉਹਨਾਂ ਨੇ ਫੈਕਟਰੀ ਦੇ ਵਿੱਚ ਵੀ ਕੰਮ ਕੀਤਾ, ਕਿਉਂਕਿ ਉਸ ਟਾਈਮ ਦੇ ਉੱਤੇ ਮਤਲਬ ਲੇਬਰ ਦੀ ਬਹੁਤ ਜ਼ਰੂਰਤ ਸੀਗੀ। ਫੈਕਟਰੀਆਂ ਦੇ ਵਿੱਚ ਕੰਮ ਕਰਦੇ ਰਹੇ, ਔਰ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਲੈ ਕੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਲੰਡਨ ਦੇ ਵਿੱਚ। ਔਰ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਮੈਂ ਜੇ ਟੈਕਸੀ ਚਲਾਉਂਗਾ, ਮੈਨੂੰ ਕਿਤੇ ਜਨਰਲ ਡਾਇਰ ਜਿਹੜਾ ਉਹ ਮਿਲ ਜਾਏਗਾ ਤਾਂ ਮੈਂ ਉਹਨਾਂ ਨੂੰ ਮਾਰ ਕੇ ਭੱਜ ਜਾਊਂਗਾ ਜਾਂ ਕੀ ਕਰੂੰਗਾ, ਹਾਂਜੀ। ਵੀ ਮੈਂ ਫੈਕਟਰੀ ਦੇ ਵਿੱਚ ਉਹਨਾਂ ਨੂੰ ਕਿੱਥੇ ਟੋਲਾਂ। ਸੋ ਉਹਨਾਂ ਨੇ ਟੈਕਸੀ 4-5 ਸਾਲ ਟੈਕਸੀ ਚਲਾਈ, ਔਰ ਕਹਿੰਦੇ ਹਨ ਕਿ ਜਿਸ ਵੇਲੇ ਉਹ ਟੈਕਸੀ ਚਲਾਉਂਦੇ ਸਨ, ਉਹ ਜਨਰਲ ਡਾਇਰ ਦਾ ਉਹਨਾਂ ਨੇ ਘਰ ਵੀ ਟੋਲ ਲਿਆ, ਜਿੱਥੇ ਉਹ ਜਾਂਦੇ ਸੀ ਉਹ ਵੀ ਟੋਲ ਲਿਆ, ਜਗ੍ਹਾ ਜਗ੍ਹਾ ਜਿੱਥੇ ਉਹ ਜਾਂਦੇ ਸਨ। ਔਰ ਪਿਸਤੌਲ ਉਹਨਾਂ ਨੇ ਆਪਣੇ ਕੋਲ ਲੈ ਲਿਆ ਉੱਥੋਂ। ਪਰ ਉਹਨਾਂ ਦੇ ਮਨ 'ਚ ਇਹ ਆਇਆ ਕਿ ਉਹਨਾਂ ਨੇ ਟੈਕਸੀ ਦੇ ਵਿੱਚ ਜਨਰਲ ਡਾਇਰ ਨੂੰ ਲਿਫਟਾਂ ਵੀ ਦਿੱਤੀਆਂ, ਇੱਧਰ ਉੱਧਰ ਛੱਡ ਕੇ ਵੀ ਆਇਆ ਜੀ। ਪਰ ਉਹਨੇ ਤਹਈਆ ਕੀਤਾ ਕਿ ਇਹਨੂੰ ਬੁਜ਼ਦਿਲੀ ਨਾਲ ਨਹੀਂ ਮਾਰਨਾ, ਇਹਨੂੰ ਬਵਰ ਸ਼ੇਰ ਹੋ ਕੇ ਮਾਰਨਾ ਜੀ, ਹਾਂਜੀ। ਜਿਸ ਤਰ੍ਹਾਂ ਇਹ ਕਹਿੰਦਾ ਸੀਗਾ ਵੀ ਮੈਂ ਇੰਡੀਅਨ ਨੂੰ ਕੁੱਤਿਆਂ ਦੀ ਮੌਤ ਦਿੱਤੀ, ਔਰ ਇਹਨੂੰ ਵੀ ਮੈਂ ਕੁੱਤੇ ਦੀ ਮੌਤ ਦਊਂਗਾ ਜੀ, ਭਾਈ ਮੈਂ ਡਰਪੋਕ ਹੋ ਕੇ ਨਹੀਂ ਬਦਲਾ ਲੈਣਾ। ਬਹੁਤ ਬੜਾ ਇੱਕ ਜਜ਼ਬਾ ਸੀਗਾ, ਬਹੁਤ ਬੜਾ ਜਜ਼ਬਾ ਸੀਗਾ, ਔਰ ਅਸੂਲਨ ਜਜ਼ਬਾ ਸੀਗਾ, ਅਸੂਲਨ ਸੀ, ਹੈਨਾ। ਹਾਂ, ਵੀ ਮੈਂ ਇਹਨੂੰ ਚੋਰੀ ਨਹੀਂ ਮਾਰਨਾ, ਲੈ ਵੀ ਤੂੰ ਹੁਣ ਮੇਰੇ ਅੜਿੱਕੇ ਆ ਗਿਆ, ਸ਼ਰੇਆਮ ਮਾਰਨਾ ਲੋਕਾਂ ਦੇ ਵਿੱਚ, ਜਿੱਦਾਂ ਇਹਨੇ ਲੋਕਾਂ ਦੇ ਵਿੱਚ ਸਾਡੇ ਭੈਣ ਭਰਾ ਮਾਰੇ ਆ ਜੀ ਜਲਿਆਂਵਾਲੇ ਬਾਗ ਦੇ ਵਿੱਚ। ਇਸੇ ਤਰ੍ਹਾਂ ਇਹਦੀ ਧਰਤੀ ਦੇ ਉੱਤੇ ਪਬਲਿਕਲੀ ਇਹਦਾ ਮੈਂ ਅੰਤ ਕਰਨਾ। ਸੋ ਇੱਕ ਦਿਨ ਮਤਲਬ ਉਹ ਕਹਿੰਦੇ ਆ ਕਿ ਕੌਕਸਟਨ ਕਲੱਬ ਸੀਗੀ ਲੰਡਨ ਦੇ ਵਿੱਚ, ਉੱਥੇ ਛੱਡ ਕੇ ਆਉਂਦਾ ਸੀ ਉਹਨਾਂ ਨੂੰ ਜੀ। ਔਰ ਉਹ ਕੌਕਸਟਨ ਕਲੱਬ ਦੇ ਵਿੱਚ ਉਹਨਾਂ ਨੂੰ ਪਤਾ ਸੀਗਾ ਕਿ ਫਲਾਣੇ ਦਿਨ ਜਾਂਦਾ, ਇਹ ਆਪ ਛੱਡ ਕੇ ਆਉਂਦੇ ਸੀ ਕਈ ਵਾਰੀ ਜੀ, ਉਹਨੂੰ ਪਤਾ ਵੀ ਕਿਹੜੇ ਦਿਨ ਜਾਂਦਾ। ਇੱਕ ਦਿਨ ਉੱਥੇ ਇਹਨੇ ਨੋਟਿਸ ਪੜ੍ਹਿਆ ਕਿ ਇੰਡੀਆ ਬਾਰੇ ਮਤਲਬ ਇਹ ਕੋਈ ਦੱਸੂਗਾ, ਕਿਉਂਕਿ ਅੰਗਰੇਜ਼ੀ ਵੀ ਥੋੜਾ ਬਹੁਤ ਜਾਣਨ ਲੱਗ ਪਿਆ, 10ਵੀਂ ਪੜ੍ਹੇ ਸੀਗੇ ਪੁਰਾਣੇ ਜੀ ਜੀ। ਔਰ ਇਹਨਾਂ ਦਾ ਲੈਕਚਰ ਹੈ, ਔਰ ਇਹੋ ਆਪਣੀ ਉਸੇ ਤਰ੍ਹਾਂ ਉਹ ਕਿਤਾਬ ਲੈ ਕੇ ਉਹ ਕਲੱਬ ਦੇ ਮੋਹਰੇ ਚਲੇ ਗਏ। ਜਨਰਲ ਡਾਇਰ ਅੰਦਰ ਚਲਾ ਗਿਆ, ਔਰ ਉਹਨਾਂ ਦੇ ਨਾਲ ਇਹ ਖਿਸਕਦੇ ਡੈਪੂਟੇਸ਼ਨ ਦੇ ਨਾਲ ਉਹ ਅੰਦਰ ਚਲੇ ਗਏ ਜੀ। ਇਹਨਾਂ ਨੂੰ ਰੋਕਿਆ ਨਹੀਂ ਗਿਆ ਕਿ ਮੈਂ ਇਹਨਾਂ ਦਾ ਡਰਾਈਵਰ ਹਾਂ ਜਾਂ ਕਿੱਦਾਂ ਆ, ਇੱਦਾਂ ਦੱਸ ਕੇ ਨਾਲ ਚਲੇ ਗਏ, ਕਿਉਂਕਿ ਅੱਗੇ ਵੀ ਆਉਂਦਾ ਸੀਗਾ। ਉਹ ਜਿਹੜੇ ਮੋਹਰੇ ਪਹਿਰੇਦਾਰ ਸੀਗੇ ਉਹਨਾਂ ਨਾਲ ਵੀ ਵਾਕਫੀਅਤ ਹੋ ਗਈ ਸੀ, ਇਹਨੂੰ ਅੰਦਰ ਜਾਣ ਦਿੱਤਾ। ਉਹਨਾਂ ਨੂੰ ਬਿਲਕੁਲ ਇਹ ਸੀਗਾ ਹੀ ਨਹੀਂ ਸੀ ਵੀ ਲੈ ਵੀ ਇਹ ਬੰਦਾ ਇਹੋ ਜਿਹਾ ਕੰਮ ਕਰੂਗਾ, ਟੈਕਸੀ ਚਲਾਉਂਦਾ ਹੈਗਾ। ਔਰ ਜਿਸ ਵੇਲੇ ਜਨਰਲ ਡਾਇਰ ਨੇ ਸਪੀਚ ਕੀਤੀ, ਉਹਨੇ ਗੱਲ ਕਹੀ ਕਿ ਮੈਂ ਇੰਡੀਆ ਦੇ ਵਿੱਚ ਇੰਡੀਅਨ ਲੋਕਾਂ ਨੂੰ ਕੁੱਤਿਆਂ ਦੀ ਤਰ੍ਹਾਂ ਦੌੜਾ ਕੇ ਮਾਰਿਆ, ਹਾਂਜੀ। ਔਰ ਸ਼ਹੀਦ ਆਜ਼ਮ ਊਧਮ ਸਿੰਘ ਦਾ ਜੋ ਦੇਖੋ ਜਜ਼ਬਾਤ,
ਉਹਨੇ ਇਹ ਕਿਹਾ ਕਿ ਜੇ ਤੂੰ ਉਹਨਾਂ ਨੂੰ ਕੁੱਤਿਆਂ ਦੀ ਤਰ੍ਹਾਂ ਦੜਾ ਕੇ ਮਾਰਿਆ, ਅੱਜ ਮੈਂ ਵੀ ਤੈਨੂੰ ਕੁੱਤੇ ਦੀ ਮੌਤ ਮਾਰਾਂਗਾ। ਔਰ ਇੰਨਾ ਕਹਿ ਕੇ ਉਹਨੇ ਉਹਨਾਂ ਦੇ ਗੋਲੀਆਂ ਠੋਕ ਦਿੱਤੀਆਂ। ਹੈ ਜੀ, ਪਿਸਤੌਲ ਉਹਨਾਂ ਦੇ ਮੋਹਰੇ ਸੁੱਟ ਦਿੱਤਾ, ਕੜੀਆਂ ਲਾ ਲਓ, ਕੁਛ ਕਰ ਲਓ। ਹੈ ਜੀ, ਸੋ ਇਹ ਉਹਨਾਂ ਦੀ ਇਤਿਹਾਸ ਵਾ। ਇਹ ਆ ਕਿ 31 ਜੁਲਾਈ 1940 ਨੂੰ ਉਹਨਾਂ ਦਾ ਸ਼ਹੀਦੀ ਦਿਨ ਹੈ। ਪਿਆਰੇ ਦਰਸ਼ਕੋ, ਕੋਟੀ ਕੋਟੀ ਪ੍ਰਣਾਮ, ਲੱਖ ਲੱਖ ਪ੍ਰਣਾਮ ਉਹਨਾਂ ਨੂੰ, ਸ਼ਰਧਾਂਜਲੀ ਉਹਨਾਂ ਦੇ ਜਜ਼ਬਾਤਾਂ ਨੂੰ, ਸ਼ਰਧਾਂਜਲੀ ਉਹਨਾਂ ਦੀ ਸ਼ਹੀਦੀ ਨੂੰ, ਸ਼ਰਧਾਂਜਲੀ। ਪਿਆਰੇ ਦਰਸ਼ਕੋ, ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਜਿਹੜੀ ਤੁਸੀਂ ਵੀ ਮੈਨੂੰ ਪਹਿਲਾਂ ਕਹੀ ਆ, ਭਈ ਉਸ ਤੋਂ ਬਾਅਦ ਕੀ ਹੋਇਆ ਜੀ, ਜਿੰਨੀ ਉਹਨਾਂ ਨੇ ਕੁਰਬਾਨੀ ਦਿੱਤੀ ਜਿਸ ਤਰ੍ਹਾਂ ਨਾ ਭਾਰਤੀਆਂ ਵੱਲੋਂ ਉਹਨਾਂ ਨੂੰ ਸਨਮਾਨ ਨਹੀਂ ਮਿਲਿਆ। ਹਾਂਜੀ, ਬਿਲਕੁਲ ਸਹੀ ਗੱਲ ਹੈ। ਮੈਂ ਉਹਨਾਂ ਨੂੰ ਬੈਂਸ ਸਾਹਿਬ ਇਹੀ ਪੁੱਛਣਾ ਚਾਹੁੰਦਾ ਸੀਗਾ ਜੀ, ਉਹਨਾਂ ਨੇ ਐਡਾ ਬੜਾ ਸਬਰ ਰੱਖਿਆ, ਐਡਾ ਬੜਾ ਦਿਲ ਦੇ ਵਿੱਚ ਇੱਕ ਦੁਸ਼ਮਣੀ ਪਾਲੀ, ਬਹੁਤ ਬੜੀ ਗੱਲ ਹੈ। ਇਹ ਕਮਜ਼ੋਰ ਦਿਲ ਦਾ ਗੱਲ ਨਹੀਂ ਹੈ ਕਿ ਦੁਸ਼ਮਣੀ ਪਾਲਣੀ। ਬਿਲਕੁਲ ਬਿਲਕੁਲ, ਮਾਰਨਾ ਅਲੱਗ ਗੱਲ ਆ। 21 ਸਾਲ ਆਪਣੇ ਅੰਦਰ ਜਜ਼ਬਾਤ ਦਬਾਈ ਰੱਖੇ। ਹਾਂਜੀ, 21 ਸਾਲ। ਤੇ ਉਹ ਜਿਹੜਾ ਇੱਕ ਜਜ਼ਬਾ ਉਹਨੂੰ ਦਬਾਈ ਰੱਖਿਆ, ਪਰ ਉਹਨੂੰ ਇੱਕ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੂੰ ਮਾਰਿਆ, ਬਦਲਾ ਲਿਆ। ਹਾਂਜੀ, ਪਰ ਅਖੀਰ ਦੇ ਉੱਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਕਿ ਸਰਦਾਰ ਊਧਮ ਸਿੰਘ ਜੀ ਦੇ ਜੋ ਉਹਨਾਂ ਨੇ ਜੋ ਸੋਚ ਕੇ ਇੱਕ ਕੀਤਾ ਸੀਗਾ, ਆਜ਼ਾਦੀ ਦੀ ਲੜਾਈ ਲੜੀ ਸੀ ਜੀ, ਕੀ ਅੱਜ ਉਸ ਦਾ ਉਹ ਸੁਪਨਾ ਪੂਰਾ ਹੋਇਆ ਤੇ ਕਿਉਂ ਨਹੀਂ ਹੋਇਆ? ਬੜੇ ਦੁੱਖ, ਬਹੁਤ ਵੱਡਾ ਤੁਹਾਡਾ ਸਵਾਲ ਹੈ, ਔਰ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਪਿਆਰੇ ਦਰਸ਼ਕੋ ਕਿ ਜਿਨ੍ਹਾਂ ਆਸਾਂ ਉਮੀਦਾਂ ਨੂੰ ਉਹਨਾਂ ਨੇ ਆਪਣੇ ਦਿਲ ਦੇ ਵਿੱਚ ਲੈ ਕੇ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ, ਕੁਰਬਾਨੀਆਂ ਦਿੱਤੀਆਂ ਕਿ ਸਾਡਾ ਮੁਲਕ, ਸਾਡੀ ਧਰਤੀ ਔਰ ਸਾਡੀ ਹਕੂਮਤ ਹੋਏਗੀ, ਸਾਡੀ ਕਿਸਮਤ ਸਾਡੇ ਹੱਥ 'ਚ ਹੋਏਗੀ, ਉਹ ਗੱਲ ਨਹੀਂ ਹੋਈ। ਅੱਜ ਭਾਰਤ ਆਜ਼ਾਦ ਹੈ। ਭਾਰਤ ਦੇ ਇੱਕ ਮੈਂ ਕਹਿ ਲਵਾਂ ਕਿ 40% ਘੱਟੋ ਘੱਟ ਲੋਕ ਗੁਲਾਮ ਆ ਜੀ। ਕਿਹੋ ਜਿਹੀ ਗੁਲਾਮੀ ਹੈ? ਗੁਲਾਮੀ ਜਾਤ ਪਾਤ ਦੀ, ਗੁਲਾਮੀ ਧਰਮ ਦੀ, ਆਰਥਿਕ ਗੁਲਾਮੀ, ਸਮਾਜਿਕ ਗੁਲਾਮੀ ਔਰ ਗੁਰਬਤ ਦੀ ਗੁਲਾਮੀ ਜੀ। ਹੈ ਜੀ, ਔਰ ਬਹੁਤ ਬੁਰੀ ਗੁਲਾਮੀ ਆ ਉਹ ਜਿਹੜੀ ਅੰਗਰੇਜ਼ਾਂ ਦੀ ਗੁਲਾਮੀ ਸੀਗੀ। ਉਹ ਇੰਨੀ ਭੈੜੀ ਨਹੀਂ ਸੀ ਜਿੰਨੀ ਕਿ ਚਿੱਟੀਆਂ ਟੋਪੀਆਂ ਵਾਲਿਆਂ ਦੀ ਗੁਲਾਮੀ ਆ, ਉਹ ਬਹੁਤ ਭੈੜੀ ਆ। ਬਿਲਕੁਲ। ਔਰ ਹੁਣੇ ਜੋ ਕੁਝ ਹਾਲਾਤ ਚੱਲ ਰਹੇ ਇੰਡੀਆ ਦੇ ਵਿੱਚ, ਆਜ਼ਾਦੀ ਦਾ ਇੱਕ ਨਮੂਨਾ ਹੈ ਜੀ। ਆਜ਼ਾਦੀ ਦਾ ਇੱਕ ਨਮੂਨਾ ਹੈਗਾ, ਉਹ ਹੈਗਾ ਭਈ ਕਿਹੜਾ ਹੈਗਾ ਲਾਗੇ ਆਪਣੇ ਹਰਿਆਣਾ ਪ੍ਰਾਂਤ। ਹਾਂਜੀ ਹਾਂਜੀ, ਹਰਿਆਣਾ ਦੇ ਵਿੱਚ ਹਰਿਆਣਾ ਪ੍ਰਾਂਤ, ਔਰ ਨਾਲ ਹੀ ਹੈਗਾ ਮਨੀਪੁਰ, ਔਰ ਜਿੱਥੇ ਸ਼ਰਮਨਾਕ ਜਿਹੜੀਆਂ ਹਰਕਤਾਂ ਹੁੰਦੀਆਂ ਜੀ। ਔਰ ਮਨੀਪੁਰ ਤਾਂ ਇਹ ਆ ਕਿ ਬਿਲਕੁਲ ਹੀ ਇਹ ਆ ਭਈ ਉੱਚੇ ਔਰ ਨੀਵੇਂ ਦੇ ਵਿੱਚ ਖੁੱਲੀ ਲੜਾਈ ਆ ਜੀ। ਹੈ ਜੀ, ਉਹ ਲੋਕ ਜਿਹੜੇ ਗਰੀਬ ਆ, ਕੁਕੀਸ ਜਾਂ ਕੁੱਕੂ ਕਹਿੰਦੇ ਆ, ਮਤਾਈ ਲੋਕ, ਉੱਚੀ ਜਾਤ ਦੇ ਆ, ਉਹਨਾਂ ਨੇ ਉਹਨਾਂ ਦੇ ਘਰ ਢਾਤੇ। ਔਰਤਾਂ ਦੇ ਨਾਲ ਜੋ ਕੁਝ ਹੋਇਆ ਉਹ ਬਿਲਕੁਲ ਬਿਆਨ ਕਰਨ ਤੋਂ ਬਾਹਰ ਹੈ ਜੀ। ਔਰ ਇਹ ਆ ਕਿ ਬਾਹਰ ਦੇ ਲੋਕ ਜਿਹੜੇ ਆ ਉਹ ਇਹ ਸੁਣ ਕੇ ਉਹਨਾਂ ਦਾ ਵੀ ਸ਼ਰਮ ਨਾਲ ਸਿਰ ਝੁਕ ਜਾਂਦਾ, ਪਰ ਸਾਡੇ ਮੁਲਕ ਦੇ ਜਿਹੜੇ ਕਾਲੇ ਅੰਗਰੇਜ਼ ਆ ਉਹ ਹਾਲੇ ਤੱਕ ਛਾਤੀਆਂ ਕੱਢੀ ਫਿਰਦੇ ਆ, ਔਰ ਉਹ ਇੱਕ ਕਿਸਮ ਦੀ ਜਿਹੜੀ ਪੋਲੀਟਿਕਸ ਉਹਦੇ ਵਿੱਚੋਂ ਕੱਢਦੇ ਆ, ਪੋਲੀਟਿਕਸ ਕੱਢਦੇ ਆ ਕਿ ਅੱਗੇ ਲਈ 2024 ਦੇ ਵਿੱਚ ਸਾਡੀ ਹਕੂਮਤ ਬਣੀ ਰਹੇ, ਕਿਉਂਕਿ ਅਸੀਂ ਵਾਅਦਾ ਕੀਤਾ ਹੈ ਕਿ 50 ਸਾਲ ਰਾਜ ਕਰਨਾ ਹੈਗਾ। ਦੇਖੋ ਨਾ ਭਾਰਤ ਦੇ ਵਿੱਚ ਕੀ ਹੋ ਰਿਹਾ, ਹਰਿਆਣਾ ਪ੍ਰਾਂਤ ਜਰ ਰਿਹਾ, ਮਨੀਪੁਰ ਜਰ ਰਿਹਾ, ਰਾਜਸਥਾਨ ਜਰ ਰਿਹਾ, ਉਧਰ ਕਰਨਾਟਕ ਜਰ ਰਿਹਾ, ਉਧਰ ਹੈਗਾ ਬੰਗਲਾਦੇਸ਼ ਜਰ ਰਿਹਾ, ਔਰ ਜਿਹੜੇ ਗੱਦੀਧਾਰੀ ਆ ਉਹ ਮਨ ਕੀ ਬਾਤ ਕਹਿੰਦੇ ਆ, ਔਰ ਮਨ ਕੀ ਬਾਤ ਕਿਸੇ ਦੀ ਸੁਣਦੇ ਨਹੀਂ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਔਰ ਔਰਤ ਦੀ ਜਿਹੜੀ ਅੱਜ ਹਾਲਤ ਹੋ ਰਹੀ ਆ, ਹਰ ਸਾਲ ਦੇ ਜਿਹੜੇ ਕੇਸ ਹੈ ਬੱਦਨ ਸਾਹਿਬ, ਹਰ ਸਾਲ ਦੇ ਔਰਤਾਂ ਦੇ ਉੱਤੇ ਅਤਿਆਚਾਰ ਜਾਂ ਬਲਾਤਕਾਰ ਦੇ ਜਿਹੜੇ ਕੇਸ ਹੈ,
ਹਰ ਸਾਲ ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ ਅੰਕੜੇ ਆ ਕਿ 2013 ਦੇ ਵਿੱਚ ਇਹਨਾਂ ਦੀ ਹਕੂਮਤ ਆਉਣ ਤੋਂ ਪਹਿਲਾਂ 33,700 ਜਿਹੜੇ ਕੇਸ ਜਿਹੜੇ ਹੈਗੇ ਆ NCRB ਜੀ। ਨੈਸ਼ਨਲ ਕ੍ਰਾਈਮ ਬਿਊਰੋ ਦੇ ਵਿੱਚ ਰਿਕਾਰਡਡ ਹੈ ਗਵਰਨਮੈਂਟ ਦੇ ਖਾਤਿਆਂ ਦੇ ਵਿੱਚ। ਜੀ। 1913 ਦੇ 33,707 ਕੇਸ ਪਿਆਰੇ ਦਰਸ਼ਕੋ, ਔਰ ਹਰ ਸਾਲ ਇਹ ਵੱਧਦੇ ਕਦੀ ਘਟਦੇ 1916 ਦੇ ਵਿੱਚ 38,947 ਕੇਸ ਹੋ ਗਏ ਔਰਤਾਂ ਦੇ ਉੱਤੇ ਜਿਹੜੇ ਅਤਿਆਚਾਰ, ਖਾਸ ਤੌਰ ਤੇ ਰੇਪ ਦੇ ਕੇਸ ਹੈਗੇ ਆ। ਔਰ ਅੰਗਰੇਜ਼ੀ ਦੇ ਵਿੱਚ ਮੈਂ ਨਾਂ ਲੈਣਾ, ਔਰ ਬੜੀ ਬੁਰੀ ਹਾਲਤ ਹੈਗੀ ਆ। ਉਹ ਸਾਡੀਆਂ ਧੀਆਂ ਭੈਣਾਂ, ਉਹ ਦਬੇ ਕੁਚਲੇ ਲੋਕ ਜਿਨ੍ਹਾਂ ਨੂੰ ਕਹਿੰਦੇ ਆ, ਗਰੀਬ ਕਹਿੰਦੇ ਆ, ਅਤਿਆਚਾਰ ਕੌਣ ਕਰਦੇ ਆ? ਦੋ ਤਰ੍ਹਾਂ ਦੇ ਲੋਕ। ਤੁਸੀਂ ਮੈਨੂੰ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਜਵਾਬ ਦੇ ਦਿੱਤਾ। ਅਤਿਆਚਾਰ ਕੌਣ ਕਰਦੇ ਆ ਜੀ? ਅਤਿਆਚਾਰ ਜਿਨ੍ਹਾਂ ਦੇ ਕੋਲ ਸਿਆਸੀ ਤਾਕਤ ਹੈ, ਬਿਲਕੁਲ, ਜਾਂ ਉਹ ਕਰਦੇ ਆ, ਜਾਂ ਉਹਨਾਂ ਦੇ ਵਿਗੜੇ ਹੋਏ ਜਿਹੜੇ ਲਾਡਲੇ ਆ ਉਹ ਕਰਦੇ ਆ। ਇੱਕ ਇਹੋ, ਜਾਂ ਜਿਹੜੀ ਉੱਚੀ ਜਾਤ ਵਾਲੇ ਆ, ਠਾਕਰ ਵਾ, ਸਿੰਘ ਵਾ, ਸੇਂ ਆ, ਉਹ ਕਰਦੇ ਆ। ਇਹ ਦੋ ਜਿਹੜੀਆਂ ਮਤਲਬ ਹੈਗੀਆਂ ਸ਼੍ਰੇਣੀਆਂ, ਲੀਡਰ, ਪੋਲੀਟੀਕਲ ਤਾਕਤਵਰ ਲੀਡਰ, ਜਾਂ ਬੜੀ ਉੱਚੀ ਜਾਤ ਵਾਲੇ। ਔਰ ਜਾਂ ਤਾਂ ਉਹ ਕਰਦੇ ਆ ਧੱਕੇਸ਼ਾਹੀ ਨਾਲ, ਜਾਂ ਹਾਲੇ ਵੀ ਮੰਦਰਾਂ ਦੇ ਵਿੱਚ ਹੁੰਦੇ ਆ। ਪਿਆਰੇ ਦਰਸ਼ਕੋ, ਮੰਦਰਾਂ ਦੇ ਵਿੱਚ, ਰੱਬ ਦੇ ਘਰ ਦੇ ਵਿੱਚ ਇਹੋ ਜਿਹਾ ਕੁਕਰਮ ਹੁੰਦੇ ਆ। ਔਰ ਫਿਰ ਉਹ ਕਹਿੰਦੇ ਆ ਕਿ ਅਸੀਂ ਜੀ ਜਿਹੜੀ ਆ ਜਨਮ ਦੇ ਆਵਾਗਮਨ ਦੇ ਚੱਕਰ ਤੋਂ ਅਸੀਂ ਇਹ ਆ ਕਿ ਆਜ਼ਾਦੀ ਪਾਉਣੀ ਆ। ਕੌਣ ਉਹਨਾਂ ਨੂੰ ਚੱਕਰ ਦੇ ਦੇਗਾ? ਰੱਬ ਵੀ ਅੰਨਾ ਹੋਏਗਾ, ਦਿਮਾਗ ਤੋਂ ਪਾਗਲ ਹੋਏਗਾ, ਜਿਹੜਾ ਉਹਨਾਂ ਦੀ ਮਤਲਬ ਆਉਣ ਜਾਣ ਦੇ ਚੱਕਰ ਤੋਂ ਉਹਨਾਂ ਨੂੰ ਆਜ਼ਾਦੀ ਦੇ ਦੇਗਾ। ਸੋ ਪਿਆਰੇ ਦਰਸ਼ਕੋ, ਜਿਹੜੇ ਇੱਕ ਰੇਪ ਦੇ ਕੇਸ ਹੈਗੇ ਆ, ਤਕਰੀਬਨ ਇਹ ਆ ਕਿ 90 ਕੇਸ ਜਿਹੜੇ ਹੈਗੇ ਆ ਰੋਜ਼ ਦੇ ਹੈ ਭਾਰਤ ਦੇ ਵਿੱਚ। ਅਸੀਂ ਮਨੀਪੁਰ ਦੀ ਗੱਲ ਕਰਦੇ ਆ, ਔਰ ਭਾਰਤ ਦੇ ਵਿੱਚ ਤਕਰੀਬਨ ਰੋਜ਼ 90 ਕੇਸ ਹੁੰਦੇ ਆ। ਹੈ ਜੀ, ਤੁਸੀਂ ਹੁਣ ਕੁਝ ਗੱਲ ਪੁੱਛਣੀ? ਹਾਂਜੀ, ਆਪਾਂ ਜਿਹੜਾ ਇੱਕ ਔਰਤ ਦੀ ਬੇਇੱਜ਼ਤੀ ਦੀ ਗੱਲ ਆ, ਉਹ ਬਹੁਤ ਬੜਾ ਮਸਲਾ, ਬਹੁਤ ਬੜਾ ਗੱਲ ਆ। ਇਹਦੇ ਲਈ ਬੜੇ ਕਾਫੀ ਪ੍ਰੋਗਰਾਮ ਚਾਹੀਦੇ ਆ, ਪਰ ਫਿਰ ਵੀ ਮੈਂ ਆਪਾਂ ਇਹਨੂੰ ਕੈਰੀ ਔਨ ਰੱਖਦੇ ਹਾਂ। ਤੇ ਮੈਂ ਆਪਣੇ ਸਾਡੇ ਵੀਰ ਦੇ ਕਾਫੀ ਸੁਨੇਹੇ ਆਏ ਆ, ਉਹਨਾਂ ਦਾ ਆਪਾਂ ਬਿਲਕੁਲ ਕਿ ਸੋਹਣ ਲਾਲ ਸਾਂਪਲਾ ਜੀ ਜਰਮਨੀ ਤੋਂ ਕਸ਼ਮਿੰਦਰ ਹੁਣਾਂ ਨੂੰ ਉਹਨਾਂ ਦੀ ਲੜਕੀ ਦੇ ਸ਼ਾਦੀ ਦੇ ਉੱਤੇ ਬਹੁਤ ਵਧਾਈਆਂ ਦੇ ਰਹੇ ਆ। ਸੋਹਣ ਲਾਲ ਰੱਤੂ ਤੇ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਬਹੁਤ ਵਧਾਈਆਂ। ਦੀਸ਼ ਦਾਦਰਾ, ਸਮਿਤਰੀ ਦਾਦਰਾ, ਕਸ਼ਮਿੰਦਰ ਹੁਣਾਂ ਦੇ ਬੇਟੀ ਦੇ ਸ਼ਾਦੀ ਦੇ ਲਈ ਬਹੁਤ ਵਧਾਈਆਂ। ਤੇ ਰਮੇਸ਼ ਦਾਦਰਾ, ਮੀਨਾ ਦਾਦਰਾ ਬਰਮਿੰਘਮ ਤੋਂ, ਉਹਨਾਂ ਨੂੰ ਕਸ਼ਮਿੰਦਰ ਹੁਣਾਂ ਨੂੰ ਬਹੁਤ ਵਧਾਈਆਂ ਦੇ ਰਹੇ ਹਨ, ਕਸ਼ਮਿੰਦਰ ਪਰਿਵਾਰ ਨੂੰ। ਤੇ ਸ਼ਾਦੀ ਸੱਲਨ, ਸੱਤਿਆ ਸੱਲਨ ਗੈਂਡਾ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਡਾਰਲਿਸਟਨ ਤੋਂ ਰਾਮਪਾਲ ਝੱਲੀ ਤੇ ਮਿੰਦੋ ਝੱਲੀ ਜੀ ਵਧਾਈਆਂ ਦੇ ਰਹੇ ਹਨ। ਉਰਮਲਾ ਕੌਲ ਦੇ ਪਰਿਵਾਰ ਵੱਲੋਂ ਕਸ਼ਮਿੰਦਰ ਹੁਣਾਂ ਨੂੰ ਬਹੁਤ ਵਧਾਈਆਂ। ਪ੍ਰੇਮ ਚਮਕੀਲਾ ਤੇ ਨਰਿੰਦਰ ਕੌਰ, ਉਹਨਾਂ ਕਸ਼ਮਿੰਦਰ ਦੀ ਬੇਟੀ ਦੀ ਸ਼ਾਦੀ ਦੀ ਵਧਾਈ ਦਿੰਦੇ ਹਨ। ਸ਼ਾਮ ਲਾਲ ਕੈਂਥ ਜੀ ਵਧਾਈਆਂ ਦਿੰਦੇ ਹਨ। ਵੌਇਸ ਆਫ ਇੰਡੀਆ ਦੀਵਾਨ ਮਿੰਦਰਾ ਜੀ ਵਧਾਈਆਂ ਦਿੰਦੇ ਹਨ। ਬਲਦੇਵ ਵਿਰਦੀ ਜੀ ਵਿਆਹ ਦੀਆਂ ਵਧਾਈਆਂ ਦਿੰਦੇ ਹਨ। ਆਂਟੀ ਨੰਜੋ ਜੀ ਵਿਆਹ ਦੀਆਂ ਵਧਾਈਆਂ ਦਿੰਦੇ ਹਨ। ਗੁਰਦੇਵ ਕੌਲ ਜੀ ਵਧਾਈਆਂ ਦਿੰਦੇ ਹਨ। ਤੇ ਇਹਦੇ ਨਾਲ ਹੀ ਮੂਰਤੀ ਮਲ ਜੀ, ਭਜਨੋ ਮਲ ਜੀ ਵੀ ਵਿਆਹ ਦੀਆਂ ਵਧਾਈਆਂ ਦਿੰਦੇ ਹਨ। ਤੇ ਧਰਮਪਾਲ ਤੇ ਜੋਗਿੰਦਰ ਬੰਗੜ ਜੀ ਵਿਆਹ ਦੀ ਵਧਾਈਆਂ ਦਿੰਦੇ ਹਨ। ਤੇ ਹਰਮੇਸ਼ ਚੱਸਲ ਜੀ ਵਿਆਹ ਦੀਆਂ ਵਧਾਈਆਂ ਦਿੰਦੇ ਹਨ। ਆਂਟੀ ਨੰਜੋ ਜੀ ਵੱਲੋਂ ਪ੍ਰੋਗਰਾਮ ਬਹੁਤ ਫਸਟ ਕਲਾਸ ਹੈ, ਬਹੁਤ ਵਧੀਆ ਚੱਲ ਰਿਹਾ ਹੈ, ਬੜੀ ਅੱਛੀ ਜਾਣਕਾਰੀ ਦੇ ਰਹੇ ਹੋ। ਹਾਂਜੀ ਆਪਣੇ ਬੈਂਸ ਸਾਹਿਬ, ਹਾਂਜੀ, ਉਹ ਜੋ ਤੁਸੀਂ ਗੱਲ ਕਰਦੇ ਆ ਜੀ ਔਰਤਾਂ ਦੀ, ਜੋ ਇਹਨਾਂ ਦੇ ਵਿੱਚ ਕੋਈ ਹੈ ਕੋਈ ਰੱਬ ਦਾ ਖੌਫ, ਇਹ ਅਕਸਰ ਇਹਨਾਂ ਨੇ ਕਦੀ ਸੋਚਿਆ ਨਹੀਂ ਕਿ ਅਸੀਂ ਵੀ ਇੱਕ ਮਾਂ ਦੇ ਬੱਚੇ ਹਾਂ, ਸਾਡੇ ਵੀ ਕੋਈ ਧੀ ਭੈਣ ਆ, ਹੈ ਨਾ। ਸੋ ਇਹਨੂੰ ਤੁਸੀਂ ਆਪਣੇ ਇਸ ਜ਼ੁਲਮ ਦੀ ਦਾਸਤਾਨ ਨੂੰ ਤੁਸੀਂ ਆਪੇ ਕੈਰੀ ਔਨ ਰੱਖੋ ਜੀ। ਦੇਖੋ ਬੱਦਨ ਸਾਹਿਬ, ਇਹ ਆ ਭਈ ਮੈਂ ਇੱਥੇ ਲਿਖਿਆ ਸੀਗਾ 193 ਮੁਲਕਾਂ ਦਾ ਸਰਵੇ ਹੋਇਆ ਜੀ 2 ਸਾਲ ਪਹਿਲਾਂ,
ਉਹਦੇ ਵਿੱਚ ਡਿਕਲੇਅਰ ਕੀਤਾ ਕਿ ਇੰਡੀਆ ਇਜ਼ ਏ ਮੋਸਟ ਡੇਂਜਰਸ ਕੰਟਰੀ ਫॉर ਵਿਮਨ। ਹਾਂਜੀ, ਔਰਤਾਂ ਲਈ ਬਹੁਤ ਖਤਰਨਾਕ ਬਹੁਤ ਖਤਰਨਾਕ ਮੁਲਕ ਆ। ਔਰ ਦੇਖੋ ਨਾ, ਇੱਕ ਪਾਸੇ ਨਾਰਾ ਇਹ ਆ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਜੀ, ਹੈ ਜੀ, ਔਰ ਇੱਕ ਪਾਸੇ ਇਹ ਆ ਕਿ ਅਤਿਆਚਾਰ ਔਰ ਜ਼ੁਲਮ ਸਿਤਮ ਹੈ ਜੀ। ਔਰ ਜਿਨ੍ਹਾਂ ਦੇ ਉੱਤੇ ਜ਼ੁਲਮ ਸਿਤਮ ਹੁੰਦਾ ਆ ਉਹ ਸ਼ਿਕਾਇਤ ਵੀ ਕਰਨ ਜਾਂਦੇ ਆ ਪੁਲਿਸ ਦੇ ਕੋਲ, ਔਰ ਉਹਨਾਂ ਦੇ ਉੱਤੇ ਹੋਰ ਹੁੰਦਾ ਹੈ ਜੀ, ਬਨਿਸਬਤ ਉਹਨਾਂ ਦੇ ਹੈਲਪ ਕਰਨ ਦੇ ਉਹਨਾਂ ਦੇ ਉੱਤੇ ਹੋਰ ਜ਼ੁਲਮ ਸਿਤਮ ਹੁੰਦਾ। ਜਿਹੜੀ ਮਨੀਪੁਰ ਦੀ ਕਹਾਣੀ ਆ, ਹਾਂਜੀ, ਉਹ ਦੇਖੋ ਭਾਈ, ਉਹਨਾਂ ਨੇ ਪਹਿਲਾਂ ਤਾਂ FIR ਹੀ ਨਹੀਂ ਲਿਖੀ ਜੀ, ਹਾਂਜੀ, ਜੇ ਲਿਖੀ ਤਾਂ ਕੱਢੀ ਹੀ ਨਹੀਂ ਹਾਂਜੀ, ਜੇ ਕੱਢੀ ਹੈ ਤਾਂ ਉਹਦੇ ਤੇ ਅਮਲ ਹੀ ਕੋਈ ਨਹੀਂ। ਬਿਲਕੁਲ ਹਾਂਜੀ, 2 ਮਹੀਨੇ 2.5 ਮਹੀਨੇ ਲੰਘ ਗਏ ਹਾਂਜੀ, ਕੌਣ ਦਵਾਈ ਰੱਖਦਾ ਇਹੋ ਜਿਹੀ ਗੱਲ ਜੀ। ਕਿੰਨੀ ਇਮਾਨਦਾਰੀ ਇੱਥੇ ਪੁਲਿਸ ਦੇਖ ਲਓ ਹਾਂ, ਹਾਂਜੀ, ਬਿਲਕੁਲ। ਦੂਸਰੇ ਦਿਨ ਤੁਹਾਨੂੰ ਫੜ ਕੇ ਕੋਰਟ ਤੀਜੇ ਦਿਨ ਲੈ ਜਾਓਗੇ ਹਾਂਜੀ। ਔਰ ਉੱਥੇ ਜਿਹੜਾ ਇਹ ਆ ਭਈ ਉਹਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਜੀ। ਔਰ ਫਿਰ ਦੇਖੋ ਇਹ ਆ ਕਿ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਘਰ ਢਾਈ ਜਾਂਦੇ 2 ਸਾਲ ਹੋ ਗਏ ਆ ਜੀ, ਹਾਂਜੀ। ਜਿਵੇਂ ਕਮਲ ਰॉयਟ ਹੈਗੇ ਆ, ਜਾਤੀ ਜਿਹੜੇ ਹੈਗੇ ਫਸਾਦ ਹੈਗੇ ਆ, ਦੰਗੇ ਫਸਾਦ 2 ਸਾਲ ਤੋਂ ਉੱਪਰ ਹੋ ਗਏ ਆ ਜੀ। ਜਿਹੜੇ ਗਰੀਬ ਲੋਕ ਉਹਨਾਂ ਦੇ ਵਿੱਚ ਔਰ ਅਮੀਰ ਲੋਕ ਉਹਨਾਂ ਦੇ, ਉੱਚੀ ਜਾਤ ਵਾਲੇ ਭਾਵੇਂ ਗਰੀਬ ਹੀ ਹੋਣ ਪਰ ਉਹ ਅਤਿਆਚਾਰ ਕਰਨ ਵਾਲਿਆਂ ਦੇ ਨਾਲ ਆ ਜੀ। ਜੀ ਜੀ, ਹਾਂਜੀ ਹਾਂਜੀ। ਜਿਹੜੀ ਤੁਸੀਂ ਗੱਲ ਕਰ ਰਹੇ ਆ ਨਾ ਔਰਤਾਂ ਦੇ ਉੱਤੇ, ਇੱਥੇ ਤਾਂ ਉਹਨਾਂ ਦੇ ਨਾਲ ਕੋਈ ਵੀ, ਚਾਹੇ ਉਹਨਾਂ ਦਾ ਆਪਣਾ ਹੋਵੇ ਚਾਹੇ ਕੋਈ ਬਗਾਨਾ ਹੋਵੇ, ਚਾਹੇ ਕੋਈ ਵੀ, ਕਿਸੇ ਨੇ ਸਾਥ ਨਹੀਂ ਦੇਣਾ। ਇਹ ਤਾਂ ਜਿਸ ਤਰ੍ਹਾਂ ਔਰਤਾਂ ਨੂੰ ਤੇ ਆਪਣੇ ਆਪ ਹਥਿਆਰ ਚੁੱਕਣੇ ਪੈਣਗੇ ਤੇ ਸ਼ਾਇਦ ਕੋਈ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਫੂਲਨ ਦੇਵੀ, ਜੀ ਜੀ, ਹਾਂਜੀ, ਫੂਲਨ ਦੇਵੀ ਦੀ ਗੱਲ ਕਰੀਏ ਜੀ, ਕਿਉਂਕਿ ਉਹਨਾਂ ਨੂੰ ਬਾਅਦ ਵਿੱਚ ਡਾਕੂ ਬਣਾਇਆ ਗਿਆ। ਉਹਨਾਂ ਦੇ 21 ਬੰਦਿਆਂ ਨੇ ਉੱਚੀ ਜਾਤ ਵਾਲਿਆਂ ਨੇ ਮੂੰਹ ਕਾਲਾ ਕੀਤਾ ਹੈ ਨਾ। ਤੇ ਉਹ ਤੁਸੀਂ ਦੇਖੋ ਬਈ ਉਹਨੂੰ ਫੇਰ ਵੀ ਬੁਰਾ ਕਹੀ ਜਾਂਦੇ ਆ, ਉਹਦੇ ਨਾਲ ਇੰਨਾ ਬੁਰਾ ਹੋਇਆ ਵੀ ਉਹ ਫਿਰ ਵੀ ਉਹਨੂੰ ਫੇਰ ਕਦੀ ਬੈਂਡਿਟ ਕੁਈਨ, ਕਦੀ ਕੁਛ ਉਹਨੂੰ ਕਹਿੰਦੇ ਆ, ਕਦੀ ਉਹਨੂੰ ਕੁਛ ਕਹਿੰਦੇ ਆ ਜੀ ਜੀ, ਹੈ ਨਾ। ਤਾਂ ਇਹ ਤੁਸੀਂ ਦੇਖੋ, ਇਹਦਾ ਤਾਂ ਇਹੀ ਹੱਲ ਆ ਕਿ ਔਰਤਾਂ ਨੂੰ ਆਪ ਆਪਣੇ ਹਥਿਆਰ ਜਾਂ ਕੁਝ ਵੀ ਕਰਨਾ, ਖੜੇ ਹੋਣਾ ਪਏਗਾ। ਬਿਲਕੁਲ ਬਿਲਕੁਲ ਹੈ ਜੀ। ਹਾਂਜੀ, ਤੁਸੀਂ ਦੱਸੋ। ਹਾਂਜੀ, ਮੈਨੂੰ ਗੱਲ ਯਾਦ ਆ ਗਈ, ਜਦੋਂ ਇੰਡੀਆ ਪਾਕਿਸਤਾਨ ਪਾਰਟੀਸ਼ਨ ਹੋਈ ਆਜ਼ਾਦੀ 'ਚ ਜੀ 47 ਦੇ ਵਿੱਚ, ਔਰ ਉਹਦੀਆਂ ਕਈ ਫਿਲਮਾਂ ਵੀ ਬਣੀਆਂ। ਔਰ ਇੱਕ ਹਾਦਸਾ ਜਿਹੜਾ ਅੰਮ੍ਰਿਤਸਰ ਤੋਂ ਗੱਡੀ ਜਿਹੜੀ ਆ ਲਾਸ਼ਾਂ ਦੀ ਭਰੀ ਗਈ ਲਾਹੌਰ ਨੂੰ, ਲਾਹੌਰ ਤੋਂ ਵਾਪਸ ਆਈ ਉਸੇ ਤਰ੍ਹਾਂ। ਔਰ ਉਹਦੇ ਵਿੱਚ ਇੱਕ ਕਵੀ ਅੰਮ੍ਰਿਤਾ ਪ੍ਰੀਤਮ, ਜਿਹਨੂੰ ਸਭ ਤੋਂ ਵੱਡਾ ਰਾਸ਼ਟਰਪਤੀ ਦਾ ਵੀ ਖਿਤਾਬ ਮਿਲਿਆ, ਬਹੁਤ ਵੱਡੇ ਰਾਈਟਰ ਪੰਜਾਬੀ ਦੇ ਵੱਡੇ। ਹਾਂ, ਔਰ ਉਹਨਾਂ ਦੀ ਹਮੇਸ਼ਾ ਮੈਨੂੰ ਉਹ ਕਵਿਤਾ ਯਾਦ ਆ ਜਾਂਦੀ ਆ, ਜਿਹੜੀ ਕਿ ਹੀਰ ਰਾਂਝੇ ਦੇ ਉਹਨਾਂ ਨੇ ਰੈਫਰੈਂਸ ਦੇ ਕੇ ਬਾਰਿਸ਼ ਸ਼ਾਹ ਬਾਰੇ ਲਿਖੀ ਕਿ ਅੱਜ ਆਖਾਂ ਬਾਰਿਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤਾਂ ਲਿਖ ਲਿਖ ਮਾਰੇ ਬੈਣ ਸੀ, ਅੱਜ ਲੱਖਾਂ ਧੀਆਂ ਰੋਂਦੀਆਂ ਵਾਰਿਸ ਸ਼ਾਹ ਨੂੰ ਕਹਿਣ ਜੀ ਹੈ ਜੀ। ਦੇਖੋ ਮਤਲਬ ਕਿੰਨੇ ਜਜ਼ਬਾਤ ਹੈ। ਬਿਲਕੁਲ ਹੈ ਜੀ। ਉੱਠ ਦਰਦ ਦਰਦੀ ਆ, ਉੱਠ ਤੱਕ ਆਪਣਾ ਪੰਜਾਬ, ਇੱਥੇ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਭਰਿਆ ਚਨਾਬ ਹੈ ਜੀ। ਮਤਲਬ ਕਿੰਨਾ ਦਰਦਨਾਕ ਉਹਨਾਂ ਨੇ ਸੀਨ ਬੰਨਿਆ, ਔਰ ਉਹ ਕਵਿਤਾ ਹੀ ਆ ਜੀ, ਠੀਕ ਹੈ। ਪਰ ਅੱਜ ਜਿਹੜਾ ਸੀਨ ਹੈਗਾ ਉਹ 47 ਤੋਂ ਵੀ ਵੱਧ ਹੈਗਾ। ਵੱਢ ਦਿੱਤੇ ਸੀਗੇ ਇੱਕ ਦੂਜੀ ਸਾਈਡ ਤੋਂ, ਵੱਢ ਵਡਾਂਗਾ ਬਹੁਤ ਹੋਇਆ, ਪਰ ਇਹੋ ਜਿਹਾ ਨਹੀਂ ਹੋਇਆ ਜੋ ਮਣੀਪੁਰ ਦੇ ਵਿੱਚ ਹੋ ਰਿਹਾ। ਤੁਸੀਂ ਇਹ ਦੇਖੋ ਕਿ ਜਿਨ੍ਹਾਂ ਦੇ ਕੋਈ ਸ਼ਿਕਾਇਤ ਕਰਨੀ ਆ ਉਹ ਵੀ ਚੁੱਪ ਕਰਕੇ ਬੈਠੇ ਆ, 3 ਮਹੀਨੇ ਹੋ ਗਏ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਬਿਲਕੁਲ ਬਿਲਕੁਲ, ਕੋਈ ਫਰਕ ਨਹੀਂ ਪਿਆ ਉਹਨਾਂ ਨੂੰ, ਕੋਈ ਇਨਸਾਨੀਅਤ ਵਾਲੀ ਕੋਈ ਗੱਲ ਹੈ ਹੀ ਨਹੀਂ ਕਿਸੇ ਦੇ। ਹਾਂਜੀ ਹਾਂਜੀ, ਬਿਲਕੁਲ ਹੈ ਜੀ। ਹਾਂ, ਤੇ ਸੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਮਤਲਬ ਇੱਟ ਦਾ ਜਵਾਬ ਇੱਟ ਨਾਲ, ਪਰ ਇਹ ਹੈਗਾ ਵੀ ਉਹਦੇ ਲਈ ਬਹੁਤ ਕੁਝ ਚਾਹੀਦਾ। ਬਿਲਕੁਲ, ਉਹਦੇ ਲਈ ਬਹੁਤ ਕੁਝ ਚਾਹੀਦਾ। ਕਿ ਪਹਿਲੀ ਤਾਂ ਗੱਲ ਹੈ ਕਿ ਹੌਸਲਾ ਚਾਹੀਦਾ, ਦੂਸਰੀ ਗੱਲ ਇਹ ਹੈਗੀ ਆ ਕਿ ਤੁਹਾਡਾ ਪਿੱਛਾ ਚਾਹੀਦਾ। ਬਿਲਕੁਲ,
ਅੱਜ ਜਿਹਨੂੰ ਫੜ ਕੇ ਅੰਦਰ ਦੇ ਦਿੰਦੇ ਆ ਮਗਰ ਕੋਈ ਗਵਾਹੀ ਦੇਣ ਵੀ ਨਹੀਂ ਜਾਂਦਾ, ਕਹਿੰਦੇ ਮੇਰੇ ਉੱਤੇ ਆ ਜਿਹੜੀ ਆ ਹੈ ਜੀ ਹਾਂਜੀ। ਸਾਹਮਣੇ ਖੜੇ ਦੇਖਦੇ ਆ, ਬਿਲਕੁਲ ਗਵਾਹੀ ਨਹੀਂ ਦਿੰਦੇ ਹੂੰ, ਹੈ ਜੀ। ਇਹ ਹਾਲਾਤ ਉੱਥੇ ਬਿਲਕੁਲ। ਜੇ ਉੱਦਾਂ ਹੀ ਇੱਥੇ ਤੁਸੀਂ ਆਮ ਤੌਰ ਤੇ ਦੇਖੋ ਕਿਤੇ ਗੱਡੀ ਦਾ ਐਕਸੀਡੈਂਟ ਹੋ ਜਾਏ ਤਾਂ ਦੂਏ ਲੋਕ ਵੀ ਖੜੇ ਹੋ ਜਾਂਦੇ ਆ, ਜੀ ਜੇ ਕਿਸੇ ਦੇ ਸੱਟ ਲੱਗੇ ਤਾਂ ਚੱਕ ਕੇ ਉਹਨੂੰ ਹਸਪਤਾਲ ਵੀ ਲੈ ਜਾਂਦੇ ਆ, ਬਿਲਕੁਲ। ਫਿਰ ਪੁਲਿਸ ਨੂੰ ਸੱਦਦੇ ਵੀ ਆ, ਬੁਲਾਉਂਦੇ ਵੀ ਆ, ਗਵਾਹੀ ਵੀ ਦਿੰਦੇ ਆ, ਹਰ ਹੈਲਪ ਕਰਦੇ ਆ। ਜੀ ਇੰਡੀਆ ਇੱਕ ਇਹੋ ਜਿਹਾ ਮੁਲਕ ਹੈਗਾ ਕਿ ਸੜਕ ਦੇ ਵਿੱਚ ਕੋਈ ਇਹ ਆ ਕਿ ਮਰਿਆ ਪਿਆ, ਦੂਜਿਆਂ ਨੂੰ ਵੀ ਦੱਸਣਾ ਕਿ ਉਧਰ ਦੀ ਨਾ ਜਾਇਆ ਬੰਦਾ ਮਰਿਆ ਪਿਆ। ਬਿਲਕੁਲ ਉਹਦੀ ਵਜ੍ਹਾ ਇਹੋ ਹੀ ਆ ਭਾਈ ਕਿਉਂਕਿ ਤੁਸੀਂ ਆਪਣੀ ਵੱਲੋਂ ਜਿਹੜੀ ਆ ਇਮਾਨਦਾਰੀ ਵਰਤਦੇ ਆ, ਤਰਸ ਵਰਤਦੇ ਆ, ਪਰ ਜਿਹੜੇ ਹੁਕਮਰਾਨ ਵਾ ਉਹ ਉਲਟਾ ਤੁਹਾਡੇ ਤੇ ਕੇਸ ਬਣਾਉਂਦੇ ਆ। ਬਿਲਕੁਲ। ਇੱਕ ਉਹ ਲੜਕੀ ਦੀ ਯੂਪੀ ਦੀ ਕੇਸ ਸੀਗੀ ਨਾ, ਹਾਂਜੀ ਹਾਂਜੀ ਹਾਥਰਸ ਦੀ ਕਹਾਣੀ, ਹਾਥਰਸ ਦੀ ਕਹਾਣੀ। ਹਾਥਰਸ ਦੀ ਵੀ ਉਹ ਬੱਚੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਇਹ ਆ ਕਿ ਜ਼ਲੀਲ ਹੋ ਕੇ ਹੂੰ, ਹੈ ਜੀ ਬਲਾਤਕਾਰ ਕੀਤਾ, ਉਹਨੂੰ ਮਾਰਿਆ ਹੈ ਜੀ। ਦਿੱਲੀ ਵੀ ਲਗਾਏ ਹਸਪਤਾਲ 'ਚ, ਉਹ ਨਹੀਂ ਬਚੀ। ਜੀ ਮਤਲਬ ਜਿਸਲੇ ਫਿਰ ਰਾਤ ਨੂੰ ਲਿਆ ਕੇ ਉਹਨੂੰ ਲੂਹ ਵੀ ਦਿੱਤਾ। ਜੀ ਔਰ ਦੇਖੋ ਨਾ ਪੁਲਿਸ ਦੇ ਕੋਲ ਉਹਦਾ ਮਤਲਬ ਬਾਪ ਲੜਕੀ ਦਾ ਕੇਸ ਜਿਹੜਾ ਦਰਜ ਕਰਾਉਣ ਜਾਂਦਾ, ਉਹ ਉੱਥੇ ਥਾਣੇ ਦੇ ਵਿੱਚ ਮਾਰ ਦਿੱਤਾ ਹਾਂਜੀ ਹੈ ਜੀ, ਬਿਲਕੁਲ। ਥਾਣੇ ਦੇ ਵਿੱਚ ਮਾਰ ਦਿੱਤਾ, ਉਹਦੀ ਕਿਸੇ ਨੂੰ ਸੁਣੀ ਸੁਣਾਈ ਨਹੀਂ ਹੈ ਜੀ। ਤੁਸੀਂ ਹੋਰ ਗੱਲਾਂ ਦੇਖੋ, ਉੱਥੇ ਤਾਂ ਜਿਹੜੇ ਮਿਨਿਸਟਰ ਆ ਹਾਂ ਉਹ ਆਪ ਇਹ ਕਰਤੂਤਾਂ ਕਰਦੇ ਆ, ਦੇਖੋ ਤਾਂ ਹਾਂਜੀ ਹਾਂਜੀ ਹੈ ਨਾ। ਹਾਂਜੀ ਉਹ ਆਪ ਉਹਨਾਂ ਦੇ ਕੋਲ ਅਸੀਂ ਸ਼ਿਕਾਇਤ ਲੈ ਕੇ ਜਾਣੀ ਕਿ ਸਾਡੇ ਨਾਲ ਆਹ ਬੁਰਾ ਹੋ ਰਿਹਾ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਤੁਸੀਂ ਅੱਜ ਫੁਲਮ ਦੇ ਵੀ ਦੀ ਗੱਲ ਕਰੋ, ਹਾਂ। ਤੇ ਪੁਲਿਸ ਸਟੇਸ਼ਨ ਦੇ ਵਿੱਚ ਬਿਲਕੁਲ ਬਿਲਕੁਲ 18 ਹਾਂ। ਪੁਲਿਸ ਵਾਲਿਆਂ ਨੇ ਹਾਂ ਉਹਦਾ ਮੂੰਹ ਕਾਲਾ ਕੀਤਾ। ਬਿਲਕੁਲ 18 ਬਿਲਕੁਲ ਪੁਲਿਸ ਵਾਲੇ। ਹੈ ਜੀ। ਉਹ ਯੂਪੀ ਦਾ ਸੀਗਾ ਮਿਨਿਸਟਰ, ਉਹਦਾ ਮੈਨੂੰ ਨਾਂ ਨਹੀਂ ਯਾਦ ਆਉਂਦਾ, ਉਹ ਹਾਲੇ ਤਾਈਂ ਜੇਲ੍ਹ 'ਚ ਆ। ਤੁਹਾਨੂੰ ਹਾਂਜੀ। ਪਤਾ ਕੀ ਸੀਗਾ ਉਹ ਹੈ ਜੀ। ਮੈਨੂੰ ਵੀ ਇਸ ਲਈ ਯਾਦ ਨਹੀਂ। ਹਾਂ ਉਹ ਮਤਲਬ ਆਪਣੇ ਘਰ ਬੱਚੀਆਂ ਸੈਂਗਰ ਸੈਂਗਰ ਹਾਂਜੀ ਸੈਂਗਰ ਸਿੰਘ ਮਿਨਿਸਟਰ ਜੀ ਠਾਕੁਰ ਹੈ ਜੀ। ਦੇਖੋ ਨਾ ਉਹਨੇ ਕਿੰਨੇ ਕੁ ਕਰਮ ਕੀਤੇ ਹੈ ਜੀ। ਉਹਦੇ ਗਾਹਾਂ ਮੁੰਡਿਆਂ ਨੇ ਵੀ, ਉਹਦੇ ਨਾਲ ਜਿਹੜੇ ਸੀਗੇ ਹੋਰ ਚੱਲਣ ਵਾਲੇ ਉਹਨਾਂ ਨੇ ਵੀ। ਅੱਜ ਤੁਸੀਂ ਦੇਖ ਲਓ ਜਿਹੜਾ ਹੈਗਾ ਮਤਲਬ ਹਰਿਆਣੇ ਪ੍ਰਾਂਤ ਦੇ ਵਿੱਚ ਕੀ ਹੈਗਾ ਉਹ ਹਿੰਦੂਆਂ ਦਾ ਜੁੱਟ ਹੈ ਜੀ ਜਿਹੜਾ ਉੱਥੇ ਤਸ਼ੱਦਦ ਕਰ ਰਿਹਾ, ਉਹ ਬਣਾਇਆ ਜੋਗੀ ਦਾ ਆ, ਯੂਪੀ ਤੋਂ ਜਾ ਕੇ ਹੈ ਜੀ। ਉਹ ਉੱਥੇ ਤਸ਼ੱਦਦ ਕਰ ਰਿਹਾ ਹੈਗਾ ਹੈ ਜੀ। ਕੀ ਜਲੂਸ ਕੱਢਣਾ ਸੀਗਾ ਉਹਨਾਂ ਨੇ ਉੱਥੋਂ ਦੀ ਹੈ ਜੀ, ਔਰ ਕੱਢਣਾ ਉੱਥੋਂ ਦੀ ਸੀਗਾ ਜਿੱਥੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹਾਂਜੀ ਹੈ ਜੀ। ਹਾਂਜੀ ਔਰ ਉੱਥੋਂ ਦੀ ਜ਼ਰੂਰ ਕੱਢਣਾ। ਪੁਲਿਸ ਨੂੰ ਵੀ ਪਤਾ ਹੈਗਾ ਭਈ ਇਹ ਜਲੂਸ ਪੁਲਿਸ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਆ ਵੀ ਉਧਰ ਦੀ ਜਲੂਸ ਅਸੀਂ ਕੱਢਣਾ, ਉਹਨਾਂ ਨੇ ਇਜਾਜ਼ਤ ਦਿੱਤੀ ਆ। ਇਹ ਜਾਣਦੇ ਹੋਏ ਵੀ ਬਜਰੰਗ ਦਲ ਜਿਹੜਾ ਹੈਗਾ ਉਹਨਾਂ ਦਾ ਲੀਡਰ ਜਿਹੜਾ ਆ ਉਹ ਫੜ ਨਹੀਂ ਹੁੰਦਾ, ਔਰ ਉਹਨੇ ਅਨਾਉਂਸ ਵੀ ਕਰ ਦਿੱਤਾ ਕਿ ਮੈਂ ਇੱਥੇ ਜਲੂਸ ਦੇ ਵਿੱਚ ਹਿੱਸਾ ਲੈਣ ਆ ਰਿਹਾ, ਜਿੰਨੇ ਵੀ ਲੋਕ ਵੱਧ ਤੋਂ ਵੱਧ ਤੁਸੀਂ ਆ ਸਕਦੇ ਪਹੁੰਚੋ। ਦੇਖੋ ਨਾ, ਔਰ ਇੱਕ ਪਾਸੇ ਪੁਲਿਸ ਉਹਨੂੰ ਫੜਨ ਦੀ ਕੋਸ਼ਿਸ਼ ਕਰਦੀ ਆ, ਉਹ ਬੰਦਾ ਫੜ ਨਹੀਂ ਹੁੰਦਾ। ਉਹਦੇ ਉੱਤੇ ਮਤਲਬ 15-20 ਕੇਸ ਆ ਪਿਆਰੇ ਦਰਸ਼ਕੋ, 2-3 ਤਾਂ ਮਰਡਰ ਦੇ ਕੇਸ ਆ, ਔਰ ਪੁਲਿਸ ਨੇ ਨਾ ਤਾਂ ਜਲੂਸ ਦੇ ਉੱਤੇ ਕੰਟਰੋਲ ਕੀਤਾ, ਨਾ ਉਹ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੀ। ਹਾਂਜੀ ਖੁੱਲੀ ਛੁੱਟੀ ਦੇ ਦਿੱਤੀ ਭਈ ਤੁਸੀਂ ਮੁਸਲਮਾਨਾਂ ਦੀ ਆਬਾਦੀ ਦੇ ਵਿੱਚ ਹੀ ਲੰਘ ਜਾਓ। ਹਾਂਜੀ ਹੁਣ ਇਹ ਹੋਇਆ ਆਪੇ ਹੀ ਜੱਜ ਤੇ ਆਪੇ ਜਿਊਰੀ। ਹਾਂਜੀ ਬਿਲਕੁਲ। ਔਰ ਇਹ ਆ ਕਿ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਲਾਏ ਹੋਆ। ਬਿਲਕੁਲ ਇਹ ਗੱਲ ਹੁੰਦੀ ਆ। ਦੇਖੋ ਨਾ ਜਿਹੜੇ ਬਜਰੰਗ ਦਲ ਯੂਪੀ ਤੋਂ ਜਾ ਕੇ ਜੋਗੀ ਦਾ ਇਹ ਖੜਾ ਕੀਤਾ ਜਿਹੜਾ ਹੈਗਾ ਹਾਂਜੀ ਜਿਹੜਾ ਬਜਰੰਗ ਦਲ ਇਹਨੇ ਖੜਾ ਕੀਤਾ ਜਿਹੜੇ ਐਮਪੀ ਸੀਗਾ ਯੂਪੀ ਦੇ ਵਿੱਚ। ਹਾਂਜੀ ਹਾਂਜੀ ਔਰ ਉਹਨੇ ਖੜਾ ਕੀਤਾ ਆ, ਔਰ ਉਹ ਭਾਰਤ ਦੇ ਵਿੱਚ ਅਤਿਆਚਾਰਾਂ ਦਾ ਨੰਬਰ ਲੈ ਰਿਹਾ, ਉਹ ਬਿਲਕੁਲ ਚੈਂਪੀਅਨ ਬਣ ਰਿਹਾ ਅਤਿਆਚਾਰ ਕਰਨ ਵਾਲਿਆਂ ਚੋਂ। ਹਾਂਜੀ ਆਪਣੇ ਕੋਈ ਹੋਰ ਫੋਨ ਕਾਲ ਆਏ ਆ। ਧਰਮਚੰਦ ਮਹੇਸ਼ ਜੀ ਬਰਮਿੰਘਮ ਤੋਂ ਫੋਨ ਕਰਦੇ ਆ, ਪਸੰਦ ਕਰਦੇ ਆ। ਹਰਭਜਨ ਲਾਲ ਪਟੇਲ ਜੀ ਕੁਸ਼ਮਿੰਦਰ ਹੁਣਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਨ। ਜੋਗਿੰਦਰਪਾਲ ਬੈਂਸ ਕਲੇਰ ਬਰਮਿੰਘਮ ਤੋਂ ਪ੍ਰੋਗਰਾਮ ਨੂੰ ਪਸੰਦ ਕਰਦੇ ਹਨ। ਦਰਸ਼ਨ ਕੌਲਤਰ, ਅਮਿਤਾਭ ਕੌਲਤਰ ਪਸੰਦ ਕਰਦੇ ਹਨ ਅਤੇ ਕੁਸ਼ਮਿੰਦਰ ਹੁਣਾਂ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਹਨ। ਅਤੇ ਇਹਦੇ ਨਾਲ ਹੀ ਸਾਡੇ ਕੋਲ ਦੂਸਰਾ ਇੱਕ ਅਨਾਉਂਸਮੈਂਟ ਸੀ। ਹਾਂ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੀ ਹੋ ਕਿ ਬੁੱਧ ਧਰਮ ਵਿੱਚ ਕਥੀਨਾ ਦਾ ਜੋ ਤਿਉਹਾਰ ਹੈ ਉਹ ਸ਼ਾਇਦ ਸਭ ਤੋਂ ਚਾਅ
ਉਲਾਸ ਅਤੇ ਬਹੁਤ ਹੀ ਸ਼ਰਧਾਪੂਰਵਕ ਹੈ। ਹੂੰ ਤੇ 3 ਮਹੀਨੇ ਦੇ ਬਾਅਦ ਸ਼ਾਬਾਦ ਦੇ ਬਾਅਦ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜੀ ਜੀ ਇਸ ਸਾਲ ਦੀ ਕਥੀਨਾ 12 ਨਵੰਬਰ 2023 ਦੇ ਬੁੱਧ ਵਿਹਾਰ ਬੁਲਹਿੰਟਨ ਵਿਖੇ ਮਨਾਈ ਜਾਵੇਗੀ। ਇਸ ਸਾਲ ਦੀ ਕਥੀਨਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਮਾਨਯੋਗ ਉਪਾਸਿਕਾ ਊਸ਼ਾ ਕੁਮਾਰੀ ਤੇ ਉਹਨਾਂ ਦੀ ਬੇਟੀਆਂ ਜੋਤੀਮਾ ਅਤੇ ਮਨੀਕਾ ਆਜ਼ਾਦ ਵੱਲੋਂ ਧੂਮਧਾਮ ਦੇ ਨਾਲ ਮਨਾਈ ਜਾਵੇਗੀ। ਤੇ ਸਾਡੇ ਇੱਕ ਬੰਦੇ ਉਹਨਾਂ ਦਾ ਨਾਂ ਹੈਗਾ ਦਿਪਾਨਿਕ ਭਿੱਖੂ, ਉਹ ਸਾਡੇ ਕੋਲ 1 ਮਹੀਨਾ ਰਹਿ ਕੇ ਗਏ ਆ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਬੁੱਧ ਵਿਹਾਰ ਵੱਲੋਂ ਉਹਨਾਂ ਨੂੰ ਇੱਕ ਵਿਦਾਇਗੀ ਦਿੱਤੀ ਗਈ ਆ। ਉਹਨਾਂ ਨੂੰ ਫੇਅਰਵੈਲ ਪਾਰਟੀ ਅੱਜ ਸੀ ਤੇ ਅੱਜ ਦੀਆਂ ਫੋਟੋ ਦੇ ਨਾਲ ਤੁਸੀਂ ਦੇਖ ਰਹੇ ਹੋ। ਸੋ ਅਸੀਂ ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਆਪਣਾ ਟਾਈਮ ਦਿੱਤਾ ਔਰ ਸਾਨੂੰ ਬੁੱਧ ਧੰਮ ਦੀ ਸਾਨੂੰ ਸਿੱਖਿਆ ਦਿੱਤੀ, ਸਾਨੂੰ ਬਹੁਤ ਕੁਝ ਆਪਣਾ ਟਾਈਮ ਦੇ ਕੇ ਸਮਝਾਇਆ ਸਿਖਾਇਆ। ਤੇ ਇਹਦੇ ਨਾਲ ਹੀ ਇੱਕ ਵਾਰ ਫਿਰ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਲੋਟਸ ਟੀਵੀ ਤੁਹਾਡਾ ਆਪਣਾ ਟੀਵੀ ਹੈ ਤੇ ਤੁਸੀਂ ਇਸ ਦਾ ਪੂਰਾ ਸਾਥ ਦਿਓ, ਸਹਿਯੋਗ ਦਿਓ। ਜਿਸ ਤਰ੍ਹਾਂ ਸਾਡੇ ਬੜੇ ਹੀ ਸਤਿਕਾਰਯੋਗ ਮਾਨਯੋਗ ਮੇਰੇ ਮਹਿਮਾਨ ਬਿਸ਼ਨਦਾਸ ਬੈਂਸ ਜੀ ਨੇ ਪਿਛਲੇ ਹਫਤੇ 100 ਪਾਉਂਡ ਮੰਨਿਆ ਸੀ ਤੇ ਅੱਜ ਉਹ ਮੈਨੂੰ ਵਾਪਸ ਆਪਣੇ ਦੇ ਦਿੱਤਾ ਆ। ਬੈਂਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਇੰਡੀਡ। ਸੋ ਆਪ ਸਭ ਦਰਸ਼ਕਾਂ ਨੂੰ ਮੇਰੀ ਨਮਰਤਾ ਸਾਹਿਤ ਬੇਨਤੀ ਹੈ ਕਿ ਲੋਟਸ ਟੀਵੀ ਦਾ ਸਾਥ ਦਿਓ। ਮਹੀਨੇ ਦਾ ਬੇਸ਼ੱਕ ਤੁਸੀਂ ਥੋੜ੍ਹਾ ਬਹੁਤ 10 ਪਾਉਂਡ ਜਾਂ 15 ਪਾਉਂਡ ਵੀ ਤੁਸੀਂ ਇਹਦਾ ਡਾਇਰੈਕਟ ਡੈਬਿਟ ਸ਼ੁਰੂ ਕਰਵਾ ਸਕਦੇ ਹੋ ਤੇ ਤੁਹਾਡੇ ਸਾਥ ਤੋਂ ਬਿਨਾਂ ਇਹ ਬੜਾ ਮੁਸ਼ਕਿਲ ਆ ਚੱਲਣਾ, ਕੈਰੀ ਔਨ ਰੱਖਣਾ। ਸੋ ਆਪ ਸਭ ਨੂੰ ਜ਼ਰੂਰੀ ਬੇਨਤੀ ਆ ਕਿ ਜ਼ਰੂਰ ਕੀਤਾ ਜਾਵੇ। ਟਾਈਮ ਹੋ ਗਿਆ ਜੀ। ਹਾਂਜੀ, ਟਾਈਮ ਤਕਰੀਬਨ ਆਪਣਾ ਹੋਣ ਵਾਲਾ ਹੀ ਆ ਤੇ ਇਸ ਦੇ ਨਾਲ ਹੀ ਅਸੀਂ ਆਪਣੇ ਤੋਂ ਤੁਹਾਡੇ ਤੋਂ ਖਿਮਾ ਦੇ ਜਾਚਕ ਹਾਂ ਕਿ ਤੁਹਾਡੀ ਫੋਨ ਕਾਲ ਦੀ ਲਾਈਨਸ ਨਹੀਂ ਲੈ ਸਕੇ, ਪਤਾ ਨਹੀਂ ਕੀ ਕਰਕੇ। ਇਸ ਕਰਕੇ ਹਾਲੇ ਸੋ ਇਸ ਕਰਕੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਨਮੋ ਬੁੱਧਾ, ਜੈ ਭੀਮ, ਨਮੋ ਬੁੱਧਾ, ਜੈ ਜੈ ਭੀਮ, ਭੀਮ, ਜੈ ਪ੍ਰਬੁੱਧ ਜੈ ਭਾਰਤ। ਪ੍ਰਬੁੱਧ ਭਾਰਤ। ਥੈਂਕ ਯੂ, ਥੈਂਕ ਯੂ। ਥੈਂਕ ਯੂ ਵੈਰੀ ਮਚ।